सत श्री अकाल स्टूडेंट्स। लास्ट टाइम ਆਪਾਂ ਜਿਹੜਾ ਸੀਗਾ ਮੈਗਰ ਵਾਲਾ ਟੌਪਿਕ ਜਿਹੜਾ ਸੀ ਨੂੰ ਸਟੱਡੀ ਕਰ ਲਿਆ ਸੀ। ਅੱਜ ਜਿਹੜਾ ਆਪਾਂ ਟੌਪਿਕ ਸਟੱਡੀ ਕਰਨਾ ਆ ਉਹ ਹੈ ਅਰਥ ਟੈਸਟਰ। ਸੋ ਅਰਥ ਟੈਸਟਰ ਜਿਹੜਾ ਹੈ ਇਹਦੇ ਵਿੱਚ ਕੁਝ ਜਿਹੜੇ ਪਾਰਟਸ ਹਨ ਉਹ ਆਪਣੇ ਮੈਗਰ ਤੋਂ ਹੀ ਲਏ ਗਏ ਆ। ਸੋ ਤੁਸੀਂ ਕਹਿ ਸਕਦੇ ਹੋ ਵੀ ਕੁਝ ਕੰਸਟਰਕਸ਼ਨ ਜਿਹੜੀ ਹੈ ਇਹਦੀ ਮੈਗਰ ਦੀ ਤਰ੍ਹਾਂ ਹੀ ਹੁੰਦੀ ਆ, ਬਟ ਜੇ ਡਿਫਰੈਂਸ ਜਿੱਥੇ ਆਉਂਦਾ ਉਹ ਇਲੈਕਟ੍ਰੋਡ 'ਚ ਡਿਫਰੈਂਸ ਆ ਜਾਂਦਾ। ਸੋ ਜਦੋਂ ਆਪਾਂ ਇਹਦੀ ਕੰਸਟਰਕਸ਼ਨ ਨੂੰ ਦੇਖੀਏ ਤਾਂ ਦੇਖੋ ਇਹਦੇ ਵਿੱਚ ਜਿਹੜਾ ਡੀਸੀ ਜਨਰੇਟਰ ਆ ਜਿਹਨੇ ਡੀਸੀ ਜਨਰੇਟ ਕਰਨੀ ਹੈ, ਅਤੇ ਜਿਹੜਾ ਇਹਦਾ ਸੈਂਟਰ ਵਾਲਾ ਪਾਰਟ ਆ ਜਿਹੜਾ ਆਪਾਂ ਡਰਾਈਵਿੰਗ ਮਕੈਨਿਜ਼ਮ ਕਹਿ ਲਈਏ ਜਿਹਨੂੰ, ਜਾਂ ਜੇ ਡਰਾਈਵਿੰਗ ਪਾਰਟ ਕਹਿ ਲਈਏ, ਉਹ ਸੇਮ ਹੀ ਜਿਹੜਾ ਆ ਮੈਗਰ ਦੀ ਤਰ੍ਹਾਂ ਆ। ਮੈਗਰ ਦੇ ਵਿੱਚ ਵੀ ਆ ਦੇਖੋ ਇੱਕ ਡੀਸੀ ਜਨਰੇਟਰ ਆ, ਕਰੈਂਕ ਹੈਂਡਲ ਆ। ਅਰਥ ਟੈਸਟਰ ਦੇ ਵਿੱਚ ਵੀ ਕੀ ਆ, ਡੀਸੀ ਜਨਰੇਟਰ ਆ ਅਤੇ ਆਪਣੇ ਕੋਲ ਕਰੈਂਕ ਹੈਂਡਲ ਆ। ਸੇਮ ਹੀ ਇਹਦੇ ਵਿੱਚ ਵੀ 2 ਪਰਮਾਨੈਂਟ ਮੈਗਨੇਟ ਆ, ਵਿੱਚ ਮੂਵਿੰਗ ਕੋਇਲ ਆ। ਇਹਦੇ ਵਿੱਚ ਵੀ 2 ਪਰਮਾਨੈਂਟ ਮੈਗਨੇਟ ਆ ਅਤੇ ਵਿੱਚ ਮੇਰੇ ਕੋਲ ਕੀ ਆ, ਮੂਵਿੰਗ ਕੋਇਲ ਆ। ਸੋ ਅਰਥ ਟੈਸਟਰ, ਹੁਣ ਦੇਖੋ ਇਹਦਾ ਨਾਮ ਕੀ ਆ, ਅਰਥ ਟੈਸਟਰ, ਯਾਨੀ ਕਿ ਅਰਥ ਦੀ ਰਜਿਸਟੈਂਸ ਨੂੰ ਆਪਾਂ ਇਹ ਇਕੁਇਪਮੈਂਟ ਦੇ ਨਾਲ ਟੈਸਟ ਕਰਦੇ ਹਾਂ। ਅਰਥ ਦੀ ਰਜਿਸਟੈਂਸ ਨੂੰ ਇਕੁਇਪਮੈਂਟ, ਹੁਣ ਤੁਹਾਡੇ ਮਾਈਂਡ 'ਚ ਕੁਐਸਚਨ ਆਉਂਦਾ ਵੀ ਰਜਿਸਟੈਂਸ ਤਾਂ ਆਪਾਂ ਇਹਦੇ ਨਾਲ ਵੀ ਟੈਸਟ ਕਰ ਸਕਦੇ ਹਾਂ, ਮੈਗਰ ਦੇ ਨਾਲ ਵੀ। ਫਿਰ ਮੈਗਰ ਨੂੰ ਆਪਾਂ ਕਿਉਂ ਨਹੀਂ ਯੂਜ਼ ਕਰਦੇ? ਦੇਖੋ ਜਿਹੜਾ ਮੈਗਰ ਹੁੰਦਾ ਨਾ, ਇਹ ਦੇਖੋ ਇਹ ਡੀਸੀ ਜਨਰੇਟਰ ਆ। ਇਹ ਕੀ ਕਰਦਾ, ਇਹ ਡੀਸੀ ਸਪਲਾਈ ਨੂੰ ਜਨਰੇਟ ਕਰਦਾ, ਅਤੇ ਆਪਾਂ ਜਦੋਂ ਅਰਥ ਦੀ ਰਜਿਸਟੈਂਸ ਨੂੰ ਮੇਜ਼ਰ ਕਰਨਾ ਹੋਵੇ ਆਪਾਂ ਡੀਸੀ ਸਪਲਾਈ ਨਹੀਂ ਯੂਜ਼ ਕਰਦੇ, ਆਪਾਂ ਉੱਥੇ ਕੀ ਹੈ ਏਸੀ ਨੂੰ ਯੂਜ਼ ਕਰਦੇ ਹਾਂ। ਸੋ ਇਸੇ ਕਰਕੇ ਆਪਾਂ ਕੀ ਆ, ਅਰਥ ਟੈਸਟਰ ਨੂੰ ਯੂਜ਼ ਕਰਦੇ ਹਾਂ ਇੰਸਟੈਡ ਆਫ ਯੂਜ਼ਿੰਗ ਮੈਗਰ। ਅਰਥ ਟੈਸਟਰ ਦੇ ਤੁਹਾਨੂੰ ਦੱਸਿਆ ਕੁਛ ਪਾਰਟ ਸੇਮ ਹੁੰਦੇ, ਜਿੱਦਾਂ ਡੀਸੀ ਜਨਰੇਟਰ ਅਤੇ ਮੇਰੇ ਕੋਲ ਜਿਹੜਾ ਡਰਾਈਵਿੰਗ ਮਕੈਨਿਜ਼ਮ ਹੈ। ਇਹਦਾ ਡਿਫਰੈਂਸ ਕਿੱਥੇ ਆ ਜਾਂਦਾ? ਡਿਫਰੈਂਸ ਆਉਂਦਾ ਇਹਨਾਂ ਚੀਜ਼ਾਂ 'ਤੇ, ਜਿਹੜਾ ਕਰੰਟ ਰਿਵਰਸਲ ਆ ਅਤੇ ਰੈਕਟੀਫਾਇਰ ਆ, ਇਹਨਾਂ ਚੀਜ਼ਾਂ 'ਤੇ ਆਪਣਾ ਕੀ ਆ, ਡਿਫਰੈਂਸ ਆ ਜਾਂਦਾ ਆ ਮੈਗਰ ਦੇ ਨਾਲੋਂ। ਅਤੇ ਕੁਛ ਡਿਫਰੈਂਸ ਆ ਜਾਂਦਾ ਇਹਦੀ ਇਲੈਕਟ੍ਰੋਡ 'ਤੇ, ਬਿਕੋਜ਼ ਹੁਣ ਦੇਖੋ ਇਹਦੇ ਵਿੱਚ ਮੇਰੇ ਕੋਲ ਮੈਗਰ 'ਚ ਕੀ ਸੀਗਾ, ਆਪਾਂ ਅਨਨੋਨ ਵੈਲਿਊ ਰਜਿਸਟੈਂਸ ਦੀ ਮੇਜ਼ਰ ਕਰਦੇ ਸੀ ਜਾਂ ਇੰਸੂਲੇਸ਼ਨ ਰਜਿਸਟੈਂਸ ਦੀ ਮੇਜ਼ਰ ਕਰਦੇ ਸੀ। ਤਾਂ ਕੀ ਸੀਗਾ, 2 ਟਰਮੀਨਲ ਆ ਆਪਣੇ ਕੋਲ ਆ। 2 ਟਰਮੀਨਲ ਦੇ ਵਿੱਚ ਆਪਾਂ ਜਿਹੜੀ ਵੀ ਚੀਜ਼ ਲਗਾਉਣੀ ਹੈ ਇਹਨਾਂ 2 ਟਰਮੀਨਲ ਦੇ ਵਿੱਚ ਲਗਾ ਕੇ ਉਹਦੀ ਜਿਹੜੀ ਇੰਸੂਲੇਸ਼ਨ ਰਜਿਸਟੈਂਸ ਸੀ ਚੈੱਕ ਕਰ ਸਕਦੇ। ਸੋ ਇਹਦੇ ਵਿੱਚ 2 ਟਰਮੀਨਲ ਹੁੰਦੇ ਸੀ, ਬਟ ਅਰਥ ਟੈਸਟਰ ਦੇ ਵਿੱਚ ਕੀ ਆ, ਅਰਥ ਟੈਸਟਰ ਦੇ ਵਿੱਚ ਟੋਟਲ ਮੇਰੇ ਕੋਲ ਕੀ ਹੁੰਦੇ ਆ, 3 ਟਰਮੀਨਲਸ ਨੇ ਇਹਦੇ ਵਿੱਚ। ਸੋ ਇੱਕ E1 ਟਰਮੀਨਲ ਹੁੰਦਾ, ਇੱਕ P ਟਰਮੀਨਲ ਹੋ ਗਿਆ, ਇੱਕ C ਹੋ ਗਿਆ। ਕੀ ਆ, ਅਰਥ ਦੇ ਵਿੱਚ ਮੈਂ ਗੱਡੇ ਹੋਏ ਆ ਪੂਰੀ ਤਰ੍ਹਾਂ ਦੇ ਨਾਲ। ਅਤੇ E1 ਅਤੇ P ਦੇ ਵਿੱਚ ਜਿਹੜਾ ਡਿਫਰੈਂਸ ਹੋਊਗਾ, ਯਾਦ ਰੱਖੇ 20 ਮੀਟਰ ਦਾ ਡਿਫਰੈਂਸ ਆਊਗਾ। ਅਤੇ ਜਿਹੜਾ E1 ਅਤੇ C ਦੇ ਵਿੱਚ ਡਿਫਰੈਂਸ ਹੋਊਗਾ, ਇਹ 30 ਮੀਟਰ ਦਾ ਡਿਫਰੈਂਸ ਹੋਊਗਾ। ਅਤੇ P ਅਤੇ C ਦੇ ਵਿੱਚ ਓਬਵੀਅਸਲੀ 10 ਮੀਟਰ ਦਾ ਡਿਫਰੈਂਸ ਹੋਊਗਾ। ਇਹ ਬਾਕੀ ਜਿਹੜਾ ਅਰਥ ਟੈਸਟਰ ਹੈ ਇਹਨੂੰ ਆਪਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਨਾ, ਸਿਰਫ ਆਪਾਂ ਇਹਦੀ ਬੇਸਿਕ ਜਿਹੜੀ ਆ ਇਹ ਚੀਜ਼ ਦੇਖਣੀ ਆ ਵੀ ਕੀ ਹੁੰਦਾ ਇਹ ਚੀਜ਼, ਇਹਦੇ ਵਿੱਚ ਕਿਹੜੇ ਕਿਹੜੇ ਮੇਨ ਪਾਰਟਸ ਹੁੰਦੇ ਆ, ਅਤੇ ਥੋੜ੍ਹਾ ਜਿਹਾ ਵੀ ਕਿੱਦਾਂ ਇਹਦਾ ਬੇਸਿਕ ਵਰਕਿੰਗ ਪ੍ਰਿੰਸੀਪਲ ਕੀ ਆ, ਉਹੀ ਚੀਜ਼ ਆਪਾਂ ਸਟੱਡੀ ਕਰਨੀ ਹੈ। ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨੂੰ ਹਜੇ ਸਿਲੇਬਸ ਦੇ ਵਿੱਚ ਇਹ ਚੀਜ਼ ਹੈ ਵੀ ਨਹੀਂ, ਠੀਕ ਆ। ਸੋ ਇਸ ਕਰਕੇ ਇਹ ਕੀ ਚੀਜ਼ ਹੁੰਦੀ ਹੈ, ਇਹਦਾ ਕੀ ਕੰਮ ਹੁੰਦਾ, ਇਹ ਤੁਹਾਨੂੰ ਬੇਸਿਕ ਪਤਾ ਹੋਣੀ ਚਾਹੀਦੀ ਹੈ ਚੀਜ਼। ਸੋ ਅਰਥ ਟੈਸਟਰ ਦਾ ਮੇਨ ਕੰਮ ਕੀ ਹੁੰਦਾ ਕਿ ਇਹਦੇ ਨਾਲ ਆਪਾਂ ਅਰਥ ਦੀ ਰਜਿਸਟੈਂਸ ਨੂੰ ਮੇਜ਼ਰ ਕਰਦੇ ਹਾਂ। ਬਾਕੀ ਦਾ ਮੈਗਰ ਅਰਥ ਰਜਿਸਟੈਂਸ ਇਜ਼ ਐਸੈਂਸ਼ੀਅਲੀ ਅ ਡਾਇਰੈਕਟ ਰੀਡਿੰਗ ਓਮੀਟਰ ਐਂਡ ਇਟ ਇਜ਼ ਅ ਹੈਂਡ ਡਰਿਵਨ ਜਨਰੇਟਰ ਵਿਚ ਸਪਲਾਈਜ਼ ਅ ਟੈਸਟਿੰਗ ਕਰੰਟ। ਸੋ ਇਹ ਇੱਕ ਓਮੀਟਰ ਹੁੰਦਾ ਜਿਹੜਾ ਕਿ ਡਾਇਰੈਕਟਲੀ ਆਪਾਂ ਨੂੰ ਰੀਡਿੰਗ ਦੱਸਦਾ ਹੈ ਵੀ ਕਿੰਨੀ ਮੇਰੀ ਅਰਥ ਦੀ ਰਜਿਸਟੈਂਸ ਆ, ਅਤੇ ਹੈਂਡ ਡਰਿਵਨ ਜਨਰੇਟਰ ਹੀ ਜਿਹੜਾ ਹੁੰਦਾ ਇਹਨੂੰ ਕਰੰਟ ਨੂੰ ਸਪਲਾਈ ਕਰਦਾ। ਦਾ ਅਰਥ ਟੈਸਟਰ ਤੇ ਦਾ ਕਰ ਲਿਓ। ਦਾ ਅਰਥ ਟੈਸਟਰ ਯੂਜ਼ਸ ਆ ਡੀਸੀ ਜਨਰੇਟਰ, ਰੋਟੇਸ਼ਨਲ ਕਰੰਟ ਰਿਵਰਸਰ, ਰੈਕਟੀਫਾਇਰ ਐਂਡ ਪੋਟੈਂਸ਼ੀਅਲ ਕੋਇਲ। ਸੋ ਇਹਦੇ ਵਿੱਚ ਕੀ ਹੁੰਦਾ, ਇੱਕ ਡੀਸੀ ਜਨਰੇਟਰ ਆ, ਇੱਕ ਕਰੰਟ ਰਿਵਰਸਰ ਆ। ਸੋ ਜਿਹੜਾ ਕਰੰਟ ਰਿਵਰਸਰ ਆ ਇਜ਼ ਨਥਿੰਗ ਜਸਟ ਆ ਇਨਵਰਟਰ, ਠੀਕ ਆ। ਇਹ ਕੁਛ ਨਹੀਂ ਹੈ, ਇੱਕ ਇਨਵਰਟਰ ਹੀ ਹੈ ਜਿਹਨੂੰ ਕਰੰਟ ਰਿਵਰਸਰ ਦਾ ਆਪਾਂ ਨਾਮ ਦਿੱਤਾ। ਫਿਰ ਰੈਕਟੀਫਾਇਰ ਹੁਣ ਦੇਖੋ ਇਨਵਰਟਰ ਦਾ ਕੰਮ ਕੀ ਹੁੰਦਾ, ਇਨਵਰਟਰ ਡੀਸੀ ਨੂੰ ਏਸੀ 'ਚ ਕਨਵਰਟ ਕਰਦਾ, ਯਾਦ ਰੱਖਿਓ। ਅਤੇ ਰੈਕਟੀਫਾਇਰ ਦਾ ਕੰਮ ਕੀ ਹੁੰਦਾ, ਰੈਕਟੀਫਾਇਰ ਏਸੀ ਨੂੰ ਡੀਸੀ ਸਪਲਾਈ 'ਚ ਕਨਵਰਟ ਕਰਦਾ। ਕਨਫਿਊਜ਼ ਨਾ ਹੋਈਏ ਇਨਵਰਟਰ ਅਤੇ ਰੈਕਟੀਫਾਇਰ 'ਚ। ਜਿਹੜਾ ਇਨਵਰਟਰ ਹੁੰਦਾ ਉਹ ਕੀ ਕਰਦਾ, ਡੀਸੀ ਸਪਲਾਈ ਨੂੰ ਏਸੀ 'ਚ ਕਨਵਰਟ ਕਰਦਾ, ਅਤੇ ਰੈਕਟੀਫਾਇਰ ਕੀ ਕਰਦਾ, ਏਸੀ ਨੂੰ ਡੀਸੀ 'ਚ ਕਨਵਰਟ ਕਰਦਾ। So the main part of the tester is current reverser and rectifier. These 2 parts are mounted on DC generator shaft. ਸੋ ਕਹਿੰਦਾ ਵੀ ਜਿਹੜੇ ਮੇਨ ਪਾਰਟ ਹੁੰਦੇ ਆ ਉਹ ਕੀ ਹੁੰਦਾ, ਇੱਕ ਤਾਂ ਕਰੰਟ ਰਿਵਰਸਰ ਜਾਂ ਇਨਵਰਟਰ ਹੁੰਦਾ, ਅਤੇ ਸੈਕਿੰਡ ਜਿਹੜਾ ਮੇਰੇ ਕੋਲ ਹੁੰਦਾ ਰੈਕਟੀਫਾਇਰ। ਅਤੇ ਇਹ ਦੋਨੋਂ ਹੀ ਪਾਰਟ ਜਿਹੜੇ ਆ ਡੀਸੀ ਜਨਰੇਟਰ ਦੀ ਸ਼ਾਫਟ ਦੇ ਉੱਤੇ ਹੀ ਮਾਊਂਟਡ ਹੁੰਦੇ ਆ ਜਾਂ ਅਟੈਚਡ ਹੁੰਦੇ ਆ। ਬਾਕੀ ਇਹ ਜਿਹੜਾ ਟੈਸਟਰ ਹੁੰਦਾ, ਦਿਸ ਟੈਸਟਰ ਕੰਸਿਸਟ ਆਫ 2 ਪ੍ਰੈਸ਼ਰ ਕੋਇਲ ਲਾਈਕ P1 P2 ਐਂਡ 2 ਕਰੰਟ ਕੋਇਲ C1 C2। ਇਹ ਜਿਹੜਾ ਟੈਸਟਰ ਹੈ ਇਹਦੇ ਵਿੱਚ 2 ਪੋਟੈਂਸ਼ੀਅਲ ਕੋਇਲ ਹੁੰਦੀਆਂ P1 ਐਂਡ P2, ਅਤੇ 2 ਹੀ ਕਰੰਟ ਕੋਇਲ ਹੁੰਦੀਆਂ C1 ਐਂਡ C2। ਅਤੇ ਇਹ ਜਿਹੜੀਆਂ ਦੀਸ 2 ਕੋਇਲਸ ਆਰ ਪਲੇਸਡ ਅਕਰੋਸ ਦਾ ਪਰਮਾਨੈਂਟ ਮੈਗਨੈਟ। ਜਿਹੜੀਆਂ ਇਹ ਦੋਨੋਂ ਕੋਇਲਸ ਹੁੰਦੀਆਂ ਆ, ਇਹ ਕੀ ਆ, ਪਰਮਾਨੈਂਟ ਮੈਗਨੈਟ ਦੇ ਆਪਾਂ ਕੀ ਕਰਦੇ ਹਾਂ, ਉਹ ਅਕਰੋਸ ਜਿਹੜੀ ਹੁੰਦੀ ਆ ਉਹ ਪਲੇਸ ਕੀਤੀਆਂ ਹੁੰਦੀਆਂ। ਸੋ ਸੇਮ ਹੀ ਆ ਜਿੱਦਾਂ ਆਪਾਂ ਮੂਵਿੰਗ ਕੋਇਲ ਆ ਜਿਹੜਾ ਆਪਾਂ ਗੱਲ ਕਰੀਏ ਮੈਗਰ ਦੀ, ਇਹਦੇ ਵਿੱਚ ਵੀ ਦੇਖੋ ਇਹਦੇ ਅਕਰੋਸ ਹੀ ਆ, ਇਹਦੇ ਸੈਂਟਰ 'ਚ ਹੀ ਆ। ਸੋ ਇਹਦੇ ਵਿੱਚ ਵੀ ਇਹਦੇ ਸੈਂਟਰ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਹੁੰਦੀਆਂ ਦੋਨੋਂ ਕੋਇਲਸ ਹੁੰਦੀਆਂ। both the pressure and current coils have 2 terminals। ਸੋ ਇਹਦੇ ਵਿੱਚ ਵੀ ਆ ਦੇਖੋ 2 ਟਰਮੀਨਲ ਹੁੰਦੇ ਆ,
ਕਰੰਟ ਕੋਇਲ ਤੇ ਪੋਟੈਂਸ਼ੀਅਲ ਕੋਇਲ ਦੇ ਵਿੱਚ ਦੋ ਹੀ ਟਰਮੀਨਲ ਹੋਣਗੇ, ਕਰੰਟ ਕੋਇਲ ਦੇ ਵੀ ਤੇ ਪੋਟੈਂਸ਼ੀਅਲ ਕੋਇਲ ਦੇ ਵੀ। ਸੋ both the pressure and current coil have two terminals, the one end of both coil connected to the rectifier and other end are connected to earth electrode। यानी कि एक एंड ਜਿਹੜਾ ਹੋਊਗਾ ਇਹਦਾ ਕੋਇਲ ਨਾਲ ਕਨੈਕਟਡ ਹੋਊਗਾ ਤੇ ਦੂਸਰਾ ਐਂਡ ਕਿੱਥੇ ਹੋਊਗਾ ਮੇਰਾ ਇਹਦੇ ਨਾਲ ਅਰਥ ਦੇ ਨਾਲ ਹੀ ਕਨੈਕਟਡ ਹੋਊਗਾ ਹਮੇਸ਼ਾ। ਬਾਕੀ ਤੇ ਪੋਟੈਂਸ਼ੀਅਲ ਕੋਇਲ ਇਜ਼ ਕਨੈਕਟਡ ਟੂ ਡੀਸੀ ਜਨਰੇਟਰ ਡਾਇਰੈਕਟਲੀ। ਆ ਦੇਖੋ ਜਿਹੜੀ ਪੋਟੈਂਸ਼ੀਅਲ ਕੋਇਲ ਆ ਨਾ ਥੱਲੇ ਵਾਲੀ ਪੋਟੈਂਸ਼ੀਅਲ ਕੋਇਲ ਆ, ਸੋ ਪੋਟੈਂਸ਼ੀਅਲ ਕੋਇਲ ਆ ਦੇਖੋ ਡਾਇਰੈਕਟ ਕੀ ਆ ਮੇਰੀ ਜਿਹੜੀ ਡੀਸੀ ਜਨਰੇਟਰ ਆ ਉਹਦੇ ਨਾਲ ਕਨੈਕਟਡ ਆ। ਪੋਟੈਂਸ਼ੀਅਲ ਕੋਇਲ ਕੀ ਆ ਡਾਇਰੈਕਟਲੀ ਡੀਸੀ ਜਨਰੇਟਰ ਨਾਲ ਕਨੈਕਟਡ ਆ। ਕਰੰਟ ਕੋਇਲ ਜਿਹੜੀ ਆ ਉਹ ਕੀ ਆ ਅੱਗੇ ਮੇਰੇ ਇਲੈਕਟ੍ਰੋਡ ਦੇ ਨਾਲ ਕਨੈਕਟਡ ਆ। ਤੇ ਇਹ ਜਿਹੜੀ ਪੋਟੈਂਸ਼ੀਅਲ ਕੋਇਲ ਹੈ ਇੱਕ ਇਹਦੇ ਵਿੱਚ ਪਲੇਸ ਆ ਨਾਰਥ ਤੇ ਸਾਊਥ ਜਿਹੜਾ ਮੇਰਾ ਮੈਗਨੇਟ ਆ ਪਰਮਾਨੈਂਟ ਮੈਗਨੇਟ ਆ ਜਿਹੜਾ ਇਹਦੇ ਵਿੱਚ ਪਲੇਸ ਆ। ਬਾਕੀ ਇਹ ਜਿਹੜੇ ਪੋਟੈਂਸ਼ੀਅਲ ਕੋਇਲ ਕਰੰਟ ਕੋਇਲ ਇਹ ਕੀ ਹੁੰਦੇ ਪਿਵਟਡ ਹੁੰਦੀਆਂ ਪੁਆਇੰਟਰ ਦੇ ਨਾਲ ਇੱਕ ਪੁਆਇੰਟ ਦੇ ਉੱਪਰ ਜਿੱਥੋਂ ਕੀ ਆ ਮੈਨੂੰ ਆਪਾਂ ਨੂੰ ਡਿਫਲੈਕਸ਼ਨ ਜਿਹੜੀ ਆ ਉਹ ਮਿਲ ਜਾਂਦੀ ਆ। ਬਾਕੀ ਜਿੰਨੀ ਰੈਜ਼ਿਸਟੈਂਸ ਹੋਊਗੀ ਉਸ ਹਿਸਾਬ ਨਾਲ ਜਿਹੜਾ ਪੁਆਇੰਟਰ ਹੋਊਗਾ ਮੂਵ ਕਰੂਗਾ, ਜ਼ਿਆਦਾ ਰੈਜ਼ਿਸਟੈਂਸ ਹੋਊਗੀ ਤਾਂ ਅੱਗੇ ਨੂੰ ਮੂਵ ਕਰੂਗਾ, ਜਦੋਂ ਘੱਟ ਹੋਊਗੀ ਤਾਂ ਇਹਦੀ ਡਿਫਲੈਕਸ਼ਨ ਜਿਹੜੀ ਹੋਊਗੀ ਉਹ ਥੋੜ੍ਹੀ ਹੋਊਗੀ। ਬਾਕੀ ਆ ਫਿਗਰ ਤੇ ਡਾਇਗਰਾਮ ਦੇਖੋ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਐਕਚੁਅਲ 'ਚ ਕੀ ਹੁੰਦਾ ਆ ਜਦੋਂ ਆਪਾਂ ਡੀਸੀ ਜਨਰੇਟਰ ਨੂੰ ਰੋਟੇਟ ਕਰਦੇ ਤੁਹਾਨੂੰ ਦੱਸਿਆ ਵੀ ਮੇਰਿੰਗ ਜਿਹੜੀ ਹੁੰਦੀ ਉਹ ਏਸੀ ਤੇ ਕਰਨੀ ਹੁੰਦੀ, ਇਸ ਕਰਕੇ ਮੇਰੀ ਜਿਹੜਾ ਡੀਸੀ ਜਨਰੇਟਰ ਆ ਉਹ ਕੀ ਕਰਦਾ ਉਹ ਡੀਸੀ ਸਪਲਾਈ ਪ੍ਰੋਡਿਊਸ ਕਰਦਾ। ਸੋ ਮੇਰੀ ਨੀਡ ਆ ਕਿ ਮੈਂ ਜਿਹੜਾ ਡੀਸੀ ਸਪਲਾਈ ਆ ਉਹਨੂੰ ਏਸੀ ਦੇ ਵਿੱਚ ਕਨਵਰਟ ਕਰਾਂ। ਸੋ ਸਪਲਾਈ ਨੂੰ ਏਸੀ ਦੇ ਵਿੱਚ ਕਨਵਰਟ ਕਰਨ ਵਾਸਤੇ ਮੈਂ ਕੀ ਕੀਤਾ ਕਰੰਟ ਰਿਵਰਸਰ ਲਗਾਤਾ ਜਾਂ ਇੱਕ ਇਨਵਰਟਰ ਲਗਾਤਾ। ਇਹ ਜਿਹੜਾ ਇਨਵਰਟਰ ਆ ਦੇਖੋ ਪੁਆਇੰਟ C1 ਦੇ ਨਾਲ ਕਨੈਕਟਡ ਆ, ਸੌਰੀ ਇਲੈਕਟ੍ਰੋਡ ਵੀ ਤੁਹਾਨੂੰ ਦੱਸ ਦੇਣਾ ਪਹਿਲਾਂ ਦੇਖੋ C1 ਤੇ P1 ਇਲੈਕਟ੍ਰੋਡ ਸ਼ਾਰਟ ਕੀਤੇ ਆਪਸ 'ਚ ਯਾਦ ਰੱਖਿਓ, ਇਸੇ ਕਰਕੇ ਇਹਨਾਂ ਦਾ ਇੱਕ ਇਲੈਕਟ੍ਰੋਡ ਬਣਾਇਆ। P2 ਤੇ C2 ਅਲੱਗ-ਅਲੱਗ ਹੈ ਇਸ ਕਰਕੇ ਇਹਨਾਂ ਦੇ ਅਲੱਗ ਇਲੈਕਟ੍ਰੋਡ। ਸੋ ਇੱਥੋਂ ਕੀ ਆ ਏਸੀ ਸਪਲਾਈ ਜਿਹੜੀ ਆ ਦੇਖੋ ਇਹ ਜਿਹੜਾ ਇਨਵਰਟਰ ਆ ਜਾਂ ਕਰੰਟ ਰਿਵਰਸਲ ਆ ਇਹਦੇ ਰਿਵਰਸਰ ਆ ਇਹਦੇ ਜਿਹੜੇ ਦੋਨੋਂ ਟਰਮੀਨਲ ਆ ਉਹ ਇਲੈਕਟ੍ਰੋਡ ਨਾਲ ਕਨੈਕਟਡ ਹੋਣਗੇ। ਦੇਖੋ ਇੱਥੋਂ ਕੀ ਆ ਦੋਨੋਂ ਟਰਮੀਨਲ ਕੀ ਆ ਇਲੈਕਟ੍ਰੋਡ ਨਾਲ ਕਨੈਕਟਡ ਆ। ਇੱਧਰੋਂ ਵੀ ਆ ਦੇਖੋ ਇਹਦਾ ਟਰਮੀਨਲ ਸੈਕਿੰਡ ਜਿਹੜਾ ਉਹ ਇਲੈਕਟ੍ਰੋਡ ਦੇ ਨਾਲ ਕਨੈਕਟਡ ਆ। ਸੋ ਆਪਾਂ ਕਹਿ ਸਕਦੇ ਆ ਵੀ ਜਿਹੜੀ ਆਪਾਂ ਆਊਟਪੁੱਟ ਦੇਣੀ ਆ ਉਹ ਜਿਹੜੀ ਆਊਟਪੁੱਟ ਆਪਾਂ ਦੇਣੀ ਆ ਅਰਥ ਨੂੰ ਕਿਹਦੇ ਥਰੂ ਦੇਣੀ ਆ ਆਪਾਂ ਇਨਵਰਟਰ ਦੇ ਥਰੂ ਜਾਂ ਕਰੰਟ ਰਿਵਰਸਰ ਦੇ ਥਰੂ ਦੇਣੀ ਆ। ਸੋ ਇੱਥੇ ਜਿਹੜੀ ਆਪਾਂ ਆਊਟਪੁੱਟ ਦਿੱਤੀ ਆ ਜਨਰੇਟਰ ਤੋਂ ਉਹ ਸਿੱਧੀ ਕਿਹਦੇ ਨੂੰ ਦਿੱਤੀ ਆਪਾਂ ਇਲੈਕਟ੍ਰੋਡ ਨੂੰ ਦਿੱਤੀ ਆ। ਇੱਥੋਂ ਦਿੱਤੀ C1 ਨੂੰ, C1 ਨਾਲ P1 ਨੂੰ ਵੀ ਆਪਾਂ ਸ਼ਾਰਟ ਕੀਤਾ ਤੇ ਨੈਕਸਟ ਇਲੈਕਟ੍ਰੋਡ ਲਾਤਾ ਤੇ ਇੱਧਰੋਂ ਸੈਕਿੰਡ ਆਪਾਂ C1 ਨੂੰ ਦਿੱਤਾ ਤੇ ਅੱਗੇ C ਇਲੈਕਟ੍ਰੋਡ ਲਾਤਾ ਆਪਾਂ। ਤੇ ਹੁਣ ਜਿਹੜਾ ਆਪਣਾ ਦੇਖੋ ਸੈਂਟਰ ਵਾਲਾ ਪਾਰਟ ਆ ਜਾਂ ਫਿਰ ਜਿਹੜਾ ਆਪਾਂ ਡਰਾਈਵਿੰਗ ਮੈਕੈਨਿਜ਼ਮ ਆ ਜਿਹਦੇ ਵਿੱਚ ਪੋਟੈਂਸ਼ੀਅਲ ਕੋਇਲ ਕਰੰਟ ਕੋਇਲ ਤੇ ਪਰਮਾਨੈਂਟ ਮੈਗਨੇਟ ਆ ਇਹ ਤਾਂ ਚੱਲਣੇ ਆਪਣੇ ਡੀਸੀ ਸਪਲਾਈ 'ਤੇ। ਸੋ ਹੁਣ ਇਹਨੂੰ ਡੀਸੀ ਕਿੱਦਾਂ ਦਿੱਤੀ ਜਾਵੇ? ਸੋ ਡੀਸੀ ਦੇਣ ਵਾਸਤੇ ਆਪਾਂ ਕੀ ਕੀਤਾ ਰੈਕਟੀਫਾਇਰ ਨਾਲ ਯੂਜ਼ ਕੀਤਾ ਕਿਉਂਕਿ ਰੈਕਟੀਫਾਇਰ ਕੀ ਕਰਦਾ ਏਸੀ ਸਪਲਾਈ ਨੂੰ ਡੀਸੀ ਦੇ ਵਿੱਚ ਕਨਵਰਟ ਕਰ ਦਿੰਦਾ। ਸੋ ਇੱਥੋਂ ਹੀ ਕੀ ਹੋਇਆ ਜਿਹੜੀ ਆਪਣੀ ਸਪਲਾਈ ਸੀਗੀ ਡਿਪੈਂਡਿੰਗ ਕਿੰਨੀ ਰੈਜ਼ਿਸਟੈਂਸ ਆ ਉਸ ਹਿਸਾਬ ਨਾਲ ਜਿਹੜੀ ਸਪਲਾਈ ਦੀ ਵੈਲਿਊ ਆਪਣੀ ਉਹ ਕੀ ਹੋਣਾ ਇੱਥੋਂ ਰੈਕਟੀਫਾਇਰ ਦੇ ਵਿੱਚ ਚੱਲ ਜਾਣੀ। ਇੱਧਰ ਉਸ P1 ਤੋਂ ਕੀ ਆ ਰੈਜ਼ਿਸਟੈਂਸ ਲੱਗੀ ਇੱਥੋਂ ਕੀ ਆ ਰੈਕਟੀਫਾਇਰ 'ਚ ਚਲੇਗੀ। ਸੋ ਰੈਕਟੀਫਾਇਰ ਦੇ ਵਿੱਚੋਂ ਕੀ ਹੋਣਾ ਉਹ ਜਿਹੜੀ ਆਪਣੀ ਏਸੀ ਸਪਲਾਈ ਆ ਮੇਰ ਹੋਣ ਤੋਂ ਬਾਅਦ ਜਾਂ ਜਿੰਨੀ ਕੰਜ਼ਿਊਮ ਹੋਣੀ ਸੀ ਰੈਜ਼ਿਸਟੈਂਸ ਆ ਨਾ ਅਰਥ ਦੀ ਰੈਜ਼ਿਸਟੈਂਸ ਆ ਉਸ ਰੈਜ਼ਿਸਟੈਂਸ ਜਿੰਨੀ ਕੰਜ਼ਿਊਮ ਹੋ ਗਈ ਉਸ ਤੋਂ ਬਾਅਦ ਜਿਹੜੀ ਬਚ ਗਈ ਉਹ ਅੱਗੇ ਕੀ ਹੋਣਾ ਇਹ ਰੈਕਟੀਫਾਇਰ ਦੇ ਥਰੂ ਕੀ ਹੋਣਾ ਡੀਸੀ ਦੇ ਵਿੱਚ ਕਨਵਰਟ ਹੋ ਕੇ ਤਾਂ ਮੇਰੀ ਕਰੰਟ ਕੋਇਲ ਦੇ ਵਿੱਚ ਚਲੇ ਜਾਣੀ ਆ। ਤੇ ਹੁਣ ਕਰੰਟ ਕੋਇਲ ਦੇ ਵਿੱਚ ਦੇਖੋ 19 ਵੈਲਿਊ ਜਾਣੀ ਆ ਜਿੰਨੀ ਰੈਜ਼ਿਸਟੈਂਸ ਆਪਣੀ ਟੋਟਲ ਸੀਗੀ 19 ਕੁ ਜਿਹੜੀ ਆਪਣੀ ਕਰੰਟ ਦੀ ਵੈਲਿਊ ਖਤਮ ਹੋ ਜਾਣੀ ਆ। ਬਾਕੀ ਜਿਹੜਾ ਕਰੰਟ ਆ ਉਹ ਕਰੰਟ ਕੋਇਲ ਦੇ ਵਿੱਚ ਚਲਿਆ ਜਾਣਾ। ਤੇ ਜਿਹੜੀ ਪੋਟੈਂਸ਼ੀਅਲ ਕੋਇਲ ਤਾਂ ਆਪਾਂ ਸਿੱਧੀ ਜਨਰੇਟਰ ਦੇ ਨਾਲ ਹੀ ਕਨੈਕਟ ਕੀਤੀ ਆ ਜਿਹੜੇ ਡੀਸੀ ਜਨਰੇਟਰ ਆ ਉਹਦੇ ਨਾਲ ਕਨੈਕਟ ਕੀਤੀ ਆ। ਸੋ ਇਹਨਾਂ ਦੋਨਾਂ ਦੇ ਫਲਕਸ ਦੇ ਡਿਫਰੈਂਸ ਦੇ ਕਰਕੇ ਕੀ ਹੋਣਾ ਮੇਰੇ ਕੋਲ ਜਿਹੜੀ ਇੱਥੇ ਪੁਆਇੰਟਰ ਆ ਜਿਹੜਾ ਉਹਨੇ ਕੀ ਕਰਨਾ ਕੈਲੀਬਰੇਟਡ ਸਕੇਲ ਦੇ ਅਕ੍ਰੋਸ ਮੂਵ ਕਰ ਦੇਣਾ। ਠੀਕ ਹੈ। ਸੋ ਕਰੰਟ ਕੋਇਲ ਦੇ ਵਿੱਚ ਕਿੱਥੋਂ ਕਰੰਟ ਆਇਆ ਜਿਹੜਾ ਇਲੈਕਟ੍ਰੋਡ P2 ਆ ਇੱਥੋਂ ਆਪਣਾ ਕੀ ਆ ਕਰੰਟ ਕੋਇਲ ਦੇ ਵਿੱਚ ਕਰੰਟ ਆ ਗਿਆ। ਬਟ ਜਿਹੜੀ ਪੋਟੈਂਸ਼ੀਅਲ ਕੋਇਲ ਆ ਉਹ ਆਪਣੀ ਡਾਇਰੈਕਟਲੀ ਕਨੈਕਟਡ ਆ ਕਿਹਦੇ ਅਕ੍ਰੋਸ ਡੀਸੀ ਜਨਰੇਟਰ ਦੇ ਅਕ੍ਰੋਸ। ਸੋ ਦੋਨਾਂ ਦੀ ਕੀ ਹੋਣੀ ਆ ਜਿਹੜਾ ਫਲਕਸ ਹੋਣਾ ਉਹਦੇ ਡਿਫਰੈਂਸ ਦੇ ਕਰਕੇ ਕੀ ਹੋਣਾ ਆਪਣੇ ਕੋਲ ਜਿਹੜਾ ਪੁਆਇੰਟਰ ਆ ਇਹਨੇ ਆਪਣੀ ਪੋਜੀਸ਼ਨ ਤੋਂ ਕੀ ਹੋਣਾ ਮੂਵ ਹੋ ਕੇ ਤੇ ਆਪਾਂ ਨੂੰ ਰੀਡਿੰਗ ਦੇ ਦੇਣੀ ਆ ਵੀ ਜਿਹੜੇ ਅਰਥ ਦੀ ਰੈਜ਼ਿਸਟੈਂਸ ਆ ਉਹਦੀ ਵੈਲਿਊ ਕਿੰਨੀ ਹੈ। ਸੋ ਇਹ ਸੀਗਾ ਆਪਣਾ ਅਰਥ ਟੈਸਟਰ ਤੋਂ ਬਾਅਦ ਜਿਹੜਾ ਆਪਾਂ ਟੌਪਿਕ ਕਰਨਾ ਉਹ ਹੈ ਫ੍ਰੀਕੁਐਂਸੀ ਮੀਟਰ। ਸੋ ਫ੍ਰੀਕੁਐਂਸੀ ਮੀਟਰ ਜਿਹੜਾ ਹੁੰਦਾ ਇਹਦਾ ਕੀ ਕੰਮ ਹੁੰਦਾ ਕਿ ਇਹਨੇ ਫ੍ਰੀਕੁਐਂਸੀ ਨੂੰ ਮੇਜ਼ਰ ਕਰਨਾ ਹੁੰਦਾ ਜਿੰਨੇ ਵੀ ਆਪਣੇ ਸਿਸਟਮ ਦੇ ਵਿੱਚ ਫ੍ਰੀਕੁਐਂਸੀ ਚੱਲ ਰਹੀ ਆ। ਨੋਰਮਲੀ ਆਪਣੇ 50 ਹਰਟ ਦੀ ਫ੍ਰੀਕੁਐਂਸੀ ਆਪਾਂ ਇੰਡੀਆ 'ਚ ਯੂਜ਼ ਕਰਦੇ ਹਾਂ, ਕੈਨੇਡਾ ਵਰਗੀ ਕੰਟਰੀ 'ਚ 60 ਹਰਟ ਦੀ ਵੀ ਯੂਜ਼ ਕਰਦੇ ਆ। ਸੋ ਆਪਾਂ ਜਿਹੜੀ ਇੱਥੇ ਯੂਜ਼ ਕਰਦੇ 50 ਹਰਟ ਯੂਜ਼ ਕਰਦੇ ਹਾਂ। ਸੋ ਜੇ ਆਪਾਂ ਮੇਜ਼ਰ ਕਰਨਾ ਹੋਵੇ ਫ੍ਰੀਕੁਐਂਸੀ ਨੂੰ ਵੀ ਐਕਚੁਅਲ 'ਚ ਫ੍ਰੀਕੁਐਂਸੀ ਕਿੰਨੀ ਚੱਲ ਰਹੀ ਆ ਤਾਂ ਉੱਥੇ ਆਪਾਂ ਕੀ ਆ ਫ੍ਰੀਕੁਐਂਸੀ ਮੀਟਰ ਨੂੰ ਯੂਜ਼ ਕਰ ਸਕਦੇ ਹਾਂ। ਬਾਕੀ ਜਿਹੜਾ ਫ੍ਰੀਕੁਐਂਸੀ ਹੁੰਦੀ ਆ ਇਹ ਬੜੀ ਹੀ ਇੰਪੋਰਟੈਂਟ ਚੀਜ਼ ਹੁੰਦੀ ਆ। ਲਾਸਟ ਟਾਈਮ ਆਈ ਥਿੰਕ 2009 ਜਾਂ 2011 ਦੇ ਵਿੱਚ ਇੱਕ ਵਾਰ ਨਾ ਨਾਰਦਰਨ ਗ੍ਰਿਡ ਫੇਲ ਹੋਇਆ ਸੀ। ਸੋ ਉਹ ਜਿਹੜਾ ਨਾਰਦਰਨ ਗ੍ਰਿਡ ਫੇਲ ਹੋਇਆ ਸੀਗਾ ਉਹ ਇਸੇ ਕਰਕੇ ਫੇਲ ਹੋਇਆ ਸੀ ਕਿ ਇੱਕਦਮ ਜਿਹੜੀ ਫ੍ਰੀਕੁਐਂਸੀ ਸੀਗੀ ਨਾ ਉਹ ਡਰੋਪ ਕਰ ਗਈ ਸੀ। ਸੋ ਫ੍ਰੀਕੁਐਂਸੀ ਜਿਹੜੀ ਹੁੰਦੀ ਆ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਜਿਹੜੀ ਆ ਮੇਜ਼ਰ ਕਰਦੀ ਆ ਪਰਫੋਰਮ ਕਰਦੀ ਆ ਬਹੁਤ ਇੰਪੋਰਟੈਂਟ ਰੋਲ ਪਰਫੋਰਮ ਕਰਦੀ ਆ ਤੁਹਾਡਾ ਜਿਹੜੀ ਸਪਲਾਈ ਸਿਸਟਮ ਹੁੰਦਾ ਉਹਦੇ ਵਿੱਚ। ਸੋ ਜੇ ਫ੍ਰੀਕੁਐਂਸੀ ਨੂੰ ਆਪਾਂ ਮੇਜ਼ਰ ਕਰਨਾ ਹੋਵੇ ਤਾਂ ਕਿੱਦਾਂ ਕਰਾਂਗੇ
ਉਹ ਆਪਾਂ ਕਰਾਂਗੇ ਫ੍ਰੀਕੁਐਂਸੀ ਮੀਟਰ ਦੇ ਨਾਲ। ਸੋ ਜਿਹੜਾ ਫ੍ਰੀਕੁਐਂਸੀ ਮੀਟਰ ਹੁੰਦਾ ਹੈ ਡਾਇਰੈਕਟਲੀ ਆਪਾਂ ਨੂੰ ਦੱਸ ਦਿੰਦਾ ਕਿ ਮੇਰੇ ਸਿਸਟਮ ਦੀ ਜਿਹੜੀ ਫ੍ਰੀਕੁਐਂਸੀ ਆ ਉਹ ਕਿੰਨੀ ਹੈ। These meter indicates the supply frequency of the circuit directly and very convenient for most practical purpose. So directly ਆਪਾਂ ਨੂੰ ਦੱਸ ਦਿੰਦੇ ਆ ਵੀ ਜਿਹੜਾ ਆਪਣਾ ਸਰਕਟ ਆ ਉਹ 'ਚ ਕਿੰਨੀ ਫ੍ਰੀਕੁਐਂਸੀ ਚੱਲ ਰਹੀ ਹੈ। ਸੋ ਜਿਹੜੀ ਆਪਾਂ ਟਾਈਪ ਸਟੱਡੀ ਕਰਨੀ ਆ ਫ੍ਰੀਕੁਐਂਸੀ ਮੀਟਰ ਦੀ ਆ ਉਹ ਹੈ ਮਕੈਨੀਕਲ ਰੈਜ਼ੋਨੈਂਸ ਔਰ ਰੀਡ ਟਾਈਪ ਫ੍ਰੀਕੁਐਂਸੀ ਮੀਟਰ। ਸੋ ਮਕੈਨੀਕਲ ਰੈਜ਼ੋਨੈਂਸ ਔਰ ਰੀਡ ਟਾਈਪ ਇਸ ਕਰਕੇ ਕਹਿੰਦੇ ਬਿਕੋਜ਼ ਇਹਦੇ ਵਿੱਚ ਆ ਦੇਖੋ ਰੀਡਸ ਹੁੰਦੀਆਂ ਬਰੀਕ ਜਿਹੜੀਆਂ ਦਿਖ ਰਹੀਆਂ ਤੁਹਾਨੂੰ ਵਾਈਟ ਕਲਰ ਦੀਆਂ, ਰੀਡਸ ਕਹਿੰਦੇ ਇਹਨਾਂ ਨੂੰ ਵੀ ਅੱਗੇ ਸਟੱਡੀ ਕਰਾਂਗੇ ਵੀ ਕੀ ਹੁੰਦਾ। ਸੋ ਦਾ ਵਾਈਬਰੇਟਿੰਗ ਰੀਡ ਟਾਈਪ frequency meter or mechanical resonance type frequency meter indicates the supply frequency of the circuit directly and they are very convenient and practical most practical purpose. ਸੋ ਜਿਹੜੇ ਵਾਈਬਰੇਟਿੰਗ ਰੀਡ ਇਸ ਕਰਕੇ ਕਹਿੰਦੇ ਕਿਉਂਕਿ ਜਿਹੜੀ ਐਕਚੁਅਲ ਦੇ ਵਿੱਚ ਇਹ ਕੋਈ ਗਲੋ ਨਹੀਂ ਕਰਦੀ ਜਾਂ ਫਿਰ ਜ਼ਿਆਦਾ ਮਤਲਬ ਕਿ ਉੱਪਰ ਵੱਡੀ ਜਾਂ ਛੋਟੀ ਨਹੀਂ ਹੋ ਜਾਂਦੀ, ਐਕਚੁਅਲ ਦੇ ਇਹ ਨਾ ਵਾਈਬਰੇਟ ਕਰਦੀ ਹੈ ਜਿਹੜੀ ਇਹ ਰੀਡ ਹੁੰਦੀ ਆ। ਜਿੱਦਾਂ ਮੰਨ ਲਓ ਆਹ ਮੇਰੇ ਕੋਲ 49 ਆ ਨਾ, ਜੇ ਫ੍ਰੀਕੁਐਂਸੀ 49 ਹੋਈ ਤਾਂ ਇਹਨੇ ਬਹੁਤ ਤੇਜ਼ੀ ਦੇ ਨਾਲ ਵਾਈਬਰੇਟ ਕਰਨਾ ਉੱਪਰ ਥੱਲੇ, ਇਸ ਕਰਕੇ ਇਹਨੂੰ ਵਾਈਬਰੇਟਿੰਗ ਰੀਡ ਕਹਿ ਦਿੰਦੇ ਹਾਂ ਆਪਾਂ, ਵਾਈਬਰੇਟਿੰਗ ਰੀਡ ਫ੍ਰੀਕੁਐਂਸੀ ਮੀਟਰ। ਬਾਕੀ ਕਾਫੀ ਇਹਨਾਂ ਨੂੰ ਆਪਾਂ ਯੂਜ਼ ਵੀ ਕਰਦੇ ਹਾਂ। ਜਿਹੜੀ ਇਹਦੀ ਬਾਕੀ ਕੰਸਟਰਕਸ਼ਨ ਹੁੰਦੀ ਆ ਇਹ ਇੰਸਟਰੂਮੈਂਟ ਦੀ ਜਿਹੜੀ ਕੰਸਟਰਕਸ਼ਨ ਹੁੰਦੀ ਆ ਬਹੁਤ ਸਿੰਪਲ ਹੁੰਦੀ ਆ ਅਤੇ ਇਹਦੇ ਕਾਫੀ ਐਡਵਾਂਟੇਜਸ ਹੁੰਦੇ ਆ ਕਿਉਂਕਿ ਇਹਦੇ ਵਿੱਚ ਐਰਰ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ ਲਾਈਕ ਅਦਰ ਜਿਹੜੇ ਇੰਸਟਰੂਮੈਂਟਸ ਆ ਮੂਵਿੰਗ ਆਇਰਨ ਜਾਂ ਮੂਵਿੰਗ ਕੋਇਲ ਉਹਨਾਂ 'ਚ ਐਰਰ ਦੇ ਚਾਂਸ ਹੁੰਦੇ, ਇਹ 'ਚ ਐਰਰ ਦਾ ਚਾਂਸ ਜਿਹੜਾ ਹੁੰਦਾ ਬਹੁਤ ਘੱਟ ਹੁੰਦਾ। ਅਤੇ ਬਾਕੀ ਕੋਈ ਵੀ ਇਹਦੇ ਉੱਪਰ ਜਿਹੜਾ ਹੁੰਦਾ ਆ ਐਰਰ ਨਹੀਂ ਆਉਂਦਾ ਟੈਂਪਰੇਚਰ ਕਰਕੇ ਜਾਂ ਵੇਵ ਫਾਰਮ ਕਰਕੇ ਜਾਂ ਮੈਗਨੀਚਿਊਡ ਕਰਕੇ। ਸੋ the vibrating reed frequency meter is a very simple instrument and has got an advantage of giving reading free from error due to change in temperature, waveform and magnitude of applied voltage। ਯਾਨੀ ਕਿ ਇਹਨੂੰ ਮੈਗਨੀਚਿਊਡ ਦਾ ਜਾਂ ਵੇਵਫਾਰਮ ਚੇਂਜ ਹੋਣ ਦਾ ਜਾਂ ਟੈਂਪਰੇਚਰ ਦਾ ਕੀ ਆ ਇਹਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਇਹਦੀ ਰੀਡਿੰਗ ਦੇ ਉੱਪਰ। ਇਹ ਜਿਹੜੀ ਆਪਾਂ ਨੂੰ ਰੀਡਿੰਗ ਦਊਗਾ ਇਹ ਕੀ ਕਰੂਗਾ, ਐਕੂਰੇਟ ਰੀਡਿੰਗ ਦਊਗਾ। ਹੁਣ ਜੇ ਕੰਸਟਰਕਸ਼ਨ ਦੀ ਮੈਂ ਗੱਲ ਕਰਾਂ, a vibrating reed frequency meter consists of number of thin ਸਟੀਲ ਸਟ੍ਰਿਪਸ ਕਾਲਡ ਰੀਡ। ਸੋ ਜਿਹੜਾ ਇਹ ਵਾਈਬਰੇਟਿੰਗ ਰੀਡ ਫ੍ਰੀਕੁਐਂਸੀ ਮੀਟਰ ਹੁੰਦਾ ਇਹਦੇ ਵਿੱਚ ਬਹੁਤ ਪਤਲੀਆਂ ਸਟੀਲ ਦੀਆਂ ਸਟ੍ਰਿਪਸ ਹੁੰਦੀਆਂ, ਸਾਰੀਆਂ ਪਤਲੀਆਂ ਨਹੀਂ ਹੁੰਦੀਆਂ, ਕਈਆਂ ਦਾ ਵੇਟ ਜ਼ਿਆਦਾ ਹੁੰਦਾ, ਕਈ ਥੋੜ੍ਹੀਆਂ ਥਿੱਕ ਹੁੰਦੀਆਂ, ਕਈ ਬਰੀਕ ਹੁੰਦੀਆਂ। ਇਹ ਅਲੱਗ-ਅਲੱਗ ਤਰ੍ਹਾਂ ਇਸ ਕਰਕੇ ਲਾਈਆਂ ਹੁੰਦੀਆਂ ਤਾਂ ਕਿ ਅਲੱਗ-ਅਲੱਗ ਫ੍ਰੀਕੁਐਂਸੀ ਦੇ ਉੱਪਰ ਇਹ ਕਰਨ, ਕਿਉਂਕਿ ਜੇ ਆਪਾਂ ਸੇਮ ਹੀ ਸਟ੍ਰਿਪ ਯੂਜ਼ ਕਰ ਲਈ ਤਾਂ ਸਾਰੀਆਂ ਨੇ ਵਾਈਬਰੇਟ ਕਰਨ ਲੱਗ ਪੈਣਾ ਉੱਥੇ। ਸੋ ਇਸ ਕਰਕੇ ਇਹਨਾਂ ਦਾ ਵੇਟ ਅਤੇ ਜਿਹੜਾ ਸਾਈਜ਼ ਹੁੰਦਾ ਨਾ ਉਹ ਆਪਾਂ ਅਲੱਗ-ਅਲੱਗ ਰੱਖਿਆ ਹੁੰਦਾ ਡਿਪੈਂਡਿੰਗ ਕਿ ਕਿੰਨੀ ਆਪਾਂ ਨੂੰ ਫ੍ਰੀਕੁਐਂਸੀ ਜਿਹੜੀ ਹੈ ਕਿੰਨੇ ਤੱਕ ਮੇਅਰ ਕਰਨੀ ਆਪਾਂ। ਸੋ ਇਹ ਥਿਨ ਸਟ੍ਰਿਪਸ ਹੁੰਦੀਆਂ, ਨੰਬਰ ਆਫ ਥਿਨ ਸਟ੍ਰਿਪਸ ਹੁੰਦੀਆਂ, ਸਟੀਲ ਦੀਆਂ ਹੁੰਦੀਆਂ ਬਣੀਆਂ ਇਹ, ਜਿਨ੍ਹਾਂ ਨੂੰ ਆਪਾਂ ਰੀਡਸ ਕਹਿ ਦਿੰਦੇ ਹਾਂ। ਥੀਜ਼ ਰੀਡਸ ਆਰ ਪਲੇਸਡ ਇਨ ਰੋ ਅਲੋਂਗ ਸਾਈਡ ਵਿਦ ਕਲੋਜ਼ ਟੂ ਇਲੈਕਟ੍ਰੋਮੈਗਨੈਟ। ਅਤੇ ਇਹ ਜਿਹੜੀਆਂ ਰੀਡਸ ਹੁੰਦੀਆਂ ਦੇਖੋ ਇਲੈਕਟ੍ਰੋਮੈਗਨੈਟ ਆ ਇਹਦੇ ਬਿਲਕੁਲ ਨਾਲ ਲਗਾਈਆਂ ਹੁੰਦੀਆਂ ਆਪਾਂ। ਇਹਨਾਂ ਨੂੰ ਜਿਹੜਾ ਇਹਦਾ ਬਾਟਮ ਪਾਰਟ ਹੁੰਦਾ ਉਹ ਆਪਾਂ ਇਲੈਕਟ੍ਰੋਮੈਗਨੈਟ ਨਾਲ ਥੱਲੇ ਅਟੈਚ ਕੀਤਾ ਹੁੰਦਾ ਅਤੇ ਉੱਪਰ ਵਾਲਾ ਪਾਰਟ ਜਿਹੜਾ ਹੁੰਦਾ ਇਹ ਫਰੀਲੀ ਮੂਵ ਕਰਨ ਵਾਸਤੇ ਆਪਾਂ ਛੱਡਿਆ ਹੁੰਦਾ, ਸਿਰਫ ਥੱਲਿਓਂ ਹੀ ਆਪਾਂ ਇਹਨਾਂ ਨੂੰ ਅਟੈਚ ਕੀਤਾ ਹੁੰਦਾ। The electromagnet consists of thin lamination and a coil wound around it as shown in figure। ਸੋ ਇੱਕ ਆਪਣਾ ਕੀ ਕਰਦੇ ਜਿਹੜਾ ਇਲੈਕਟ੍ਰੋਮੈਗਨੈਟ ਹੁੰਦਾ ਇਹ ਲੈਮੀਨੇਸ਼ਨਸ ਦਾ ਬਣਿਆ ਹੁੰਦਾ। ਲੈਮੀਨੇਸ਼ਨਸ ਮੀਨ ਕਿ ਇੱਕ ਸੋਲਿਡ ਮਟੀਰੀਅਲ ਦਾ ਨਹੀਂ ਇਹ ਬਣਿਆ ਹੁੰਦਾ, ਇਹਦੀਆਂ ਲੈਮੀਨੇਸ਼ਨਸ ਹੁੰਦੀਆਂ ਮਟੀਰੀਅਲ ਦੀਆਂ, ਬਰੀਕ ਬਰੀਕ ਪੱਤੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਜੋੜ ਕੇ ਕੀ ਆ ਇੱਕ ਫਾਰਮਰ ਬਣਾ ਦਿੰਦੇ ਹਾਂ ਜਾਂ ਇੱਕ ਕੋਰ ਬਣਾ ਦਿੰਦੇ ਹਾਂ। ਉਹ ਜਿਹੜੀ ਕੋਰ ਬਣਦੀ ਆ ਉਹਦੇ ਉੱਪਰ ਫਿਰ ਆਪਾਂ ਕੀ ਕੀਤਾ ਹੁੰਦਾ, ਕੋਇਲ ਨੂੰ ਵਾਊਂਡ ਕੀਤਾ ਹੁੰਦਾ। ਸੋ ਕੋਇਲ ਇਜ਼ ਵਾਊਂਡ ਅਰਾਊਂਡ ਇਟ ਐਜ਼ ਸ਼ੋਨ ਇਨ ਫਿਗਰ। The coil is connected in series with a resistance across the supply whose frequency is to be measured। ਸੋ ਜਿਹੜੀ ਇਹ ਕੋਇਲ ਹੁੰਦੀ ਹੈ ਸੀਰੀਜ਼ ਦੇ ਵਿੱਚ ਕਨੈਕਟਡ ਹੁੰਦੀ ਆ। ਦੇਖੋ ਫੇਸ ਆਇਆ ਇੱਧਰ ਗਿਆ, ਆਪਾਂ ਕੀ ਕੀਤਾ ਨਾਲ ਇਹਦੇ ਰਜਿਸਟੈਂਸ ਲਗਾ ਕੇ ਤੇ ਅੱਗੇ ਭੇਜਦੇ ਹਾਂ। ਇੱਧਰ ਫੇਸ ਆਇਆ, ਇੱਥੇ ਫੇਸ ਦੇ ਵਿੱਚ ਰਜਿਸਟੈਂਸ ਲਗਾਈ ਆ ਤਾਂ ਕਿ ਜਿਹੜਾ ਆਪਣੀ ਕੋਇਲ ਹੈ ਸੜ ਨਾ ਜਾਵੇ ਜਦੋਂ ਰਜਿਸਟੈਂਸ ਬਹੁਤ ਜ਼ਿਆਦਾ ਘੱਟ ਹੋ ਜਾਵੇ ਨਾ। ਸੋ ਇਸ ਕਰਕੇ ਆਪਾਂ ਇੱਥੇ ਰਜਿਸਟੈਂਸ ਲਾ ਦਿੰਦੇ ਹਾਂ ਤਾਂ ਕਰੰਟ ਦੀ ਵੈਲਿਊ ਕੰਟਰੋਲ ਹੋ ਜਾਵੇ ਆਪਣੇ ਕੋਲ ਅਤੇ ਸੜੇ ਨਾ ਮੇਰੀ ਜਿਹੜੀ ਕੋਇਲ ਆ। Next point, the approximate dimension of vibrating reed are about 4 mm wide and 1/2 mm thick। ਸੋ 4 mm ਵਾਈਡ ਹੁੰਦੀਆਂ ਇਹ ਚੌੜੀਆਂ ਹੁੰਦੀਆਂ ਅਤੇ 1/2 mm thick ਹੁੰਦੀ ਹੈ ਜਿਹੜੀ ਵੀ ਆਪਣੀ ਰੀਡ ਹੁੰਦੀਆਂ ਜਿੰਨੀਆਂ ਵੀ ਹੈ। The reed are not similar to each other but differ either in their dimensions or weight or carry different flag at their tops। ਸੋ ਜਿਹੜੀਆਂ ਰੀਡਸ ਹੁੰਦੀਆਂ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਸਾਰੀਆਂ ਰੀਡਸ ਜਿਹੜੀਆਂ ਹੁੰਦੀਆਂ ਇਹ ਸੇਮ ਨਹੀਂ ਹੁੰਦੀਆਂ, ਇਹ ਇੱਕ ਦੂਜੇ ਤੋਂ ਅਲੱਗ-ਅਲੱਗ ਹੁੰਦੀਆਂ। ਬਾਕੀ ਹੋ ਸਕਦਾ ਕਿ ਉਹਨਾਂ ਦੀ ਡਾਇਮੈਂਸ਼ਨ ਜਿਹੜੀ ਹੋਵੇ ਉਹ ਅਲੱਗ ਹੋਵੇ, ਜਿੱਦਾਂ ਇੱਕ 4 mm ਦੀ ਆ, ਦੂਸਰੀ ਜਿਹੜੀ ਆ 4.5 mm ਦੀ ਹੋਊਗੀ। ਸੋ ਡਾਇਮੈਂਸ਼ਨ ਵੀ ਅਲੱਗ ਹੋ ਸਕਦੀਆਂ ਅਤੇ ਵੇਟ ਵੀ ਜਿਹੜਾ ਇਹਨਾਂ ਦਾ ਅਲੱਗ-ਅਲੱਗ ਹੋ ਸਕਦਾ, ਜਾਂ ਜਿਹੜਾ ਫਲੈਗ ਆ ਟੌਪ ਦੇ ਉੱਪਰ ਆ ਜਿਹੜਾ ਫਲੈਗ ਦੇਖ ਰਹੇ ਹਾਂ ਆਪਾਂ ਇਹ ਵੀ ਅਲੱਗ-ਅਲੱਗ ਜਿਹੜਾ ਆ ਹੋ ਸਕਦਾ ਆ। ਬਟ
ਕੰਮ ਇਹਨਾਂ ਦਾ ਸੇਮ ਹੀ ਹੁੰਦਾ, ਇਹਨਾਂ ਨੇ ਵਾਈਬਰੇਟ ਕਰਨਾ ਹੁੰਦਾ। ਅਲੱਗ-ਅਲੱਗ ਆਪਾਂ ਇਸ ਕਰਕੇ ਬਣਾਉਂਦੇ ਆ ਤਾਂ ਕਿ ਅਲੱਗ-ਅਲੱਗ ਫਰੀਕੁਐਂਸੀ 'ਤੇ ਉਹ ਵਾਈਬਰੇਟ ਕਰਨ। ਸੋ ਦਿਸ ਇਜ਼ ਡਨ ਟੂ ਵੇਰੀ ਦਾ ਨੈਚੁਰਲ ਫਰੀਕੁਐਂਸੀ ਆਫ ਵਾਈਬਰੇਸ਼ਨ ਆਫ ਈਚ ਰੀਡ। ਸੋ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਕਿਉਂ ਆਪਾਂ ਕਰਦੇ ਹਾਂ, ਤਾਂ ਕਿ ਜਿਹੜੀ ਨੈਚੁਰਲ ਫਰੀਕੁਐਂਸੀ ਆ ਜਿੱਤੇ ਵਾਈਬਰੇਟ ਕਰਨਾ ਰੀਡ ਨੇ ਉਹ ਸਾਰਿਆਂ ਦੀ ਅਲੱਗ-ਅਲੱਗ ਹੋਵੇ, ਕਿਉਂਕਿ ਜੇ ਆਪਾਂ ਸੇਮ ਦੀ ਬਣਾਵਾਂਗੇ ਤਾਂ ਸਾਰਿਆਂ ਦੀ ਨੈਚੁਰਲ ਫਰੀਕੁਐਂਸੀ ਸੇਮ ਹੋਣੀ ਅਤੇ ਸਾਰਿਆਂ ਨੇ ਇੱਕ ਪਾਰਟੀਕੂਲਰ ਫਰੀਕੁਐਂਸੀ 'ਤੇ ਸਾਰਿਆਂ ਨੇ ਇਕੱਠਿਆਂ ਨੇ ਕੀ ਆ ਵਾਈਬਰੇਟ ਕਰਨ ਲੱਗ ਪੈਣਾ, ਜਿਹਦੀ ਕਿ ਆਪਾਂ ਨੂੰ ਬਿਲਕੁਲ ਵੀ ਨੀਡ ਨਹੀਂ ਹੈ। ਸੋ ਇਸ ਕਰਕੇ ਜਿੰਨੀਆਂ ਵੀ ਰੀਡਸ ਹੁੰਦੀਆਂ ਇਹਦਾ ਆਪਾਂ ਅਲੱਗ-ਅਲੱਗ ਡਾਇਮੈਂਸ਼ਨਸ ਜਿਹੜੀ ਹੁੰਦੀ ਆ ਬਣਾਈ ਹੁੰਦੀ ਆ ਅਤੇ ਅਲੱਗ-ਅਲੱਗ ਹੀ ਵੇਟ ਹੁੰਦਾ। ਬਾਕੀ ਇਹਦਾ ਕੁਛ ਤੁਹਾਨੂੰ ਥੋੜ੍ਹੀ ਜਿਹੀ ਇੱਕ ਐਗਜ਼ਾਮਪਲ ਦਿੰਦਾ। ਕੋਈ ਵੀ ਚੀਜ਼ ਜਿਹੜੀ ਹੁੰਦੀ ਨਾ ਫਰੀਕੁਐਂਸੀ ਦੇ ਉੱਪਰ ਵਾਈਬਰੇਟ ਕਰਦੀ ਹੈ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਆਪਣੇ ਕਾਰ ਦੇ ਵਿੱਚ ਬੂਫਰ ਜਿਨ੍ਹਾਂ ਦੇ ਬੂਫਰ ਹੋਊਗਾ ਕਾਰ ਦੇ ਵਿੱਚ, ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੁਸੀਂ ਬੂਫਰ ਚਲਾਉਂਦੇ ਆ ਤਾਂ ਤੁਹਾਡਾ ਜਿਹੜਾ ਸ਼ੀਸ਼ਾ ਹੁੰਦਾ ਗੱਡੀ ਦਾ ਵਾਈਬਰੇਟ ਕਰਦਾ, ਜਾਂ ਫਿਰ ਜੇ ਤੁਹਾਡੇ ਘਰ ਦੇ ਵਿੱਚ ਗੱਡੀ ਖੜੀ ਆ ਤੁਹਾਡੇ ਘਰ ਦੇ ਸ਼ੀਸ਼ੇ ਵੀ ਵਾਈਬਰੇਟ ਕਰਨਗੇ। ਉਹ ਕਿਉਂ ਕਰਦੇ ਆ? ਬਿਕੋਜ਼ ਜਿਹੜਾ ਬੂਫਰ ਹੁੰਦਾ ਨਾ ਲੋ ਫਰੀਕੁਐਂਸੀ ਨੂੰ ਜਨਰੇਟ ਕਰਦਾ। ਸੋ ਜਦੋਂ ਲੋ ਫਰੀਕੁਐਂਸੀ ਹੁੰਦੀ ਆ ਤਾਂ ਉਸ ਟਾਈਮ 'ਤੇ ਕੀ ਹੁੰਦਾ, ਜਿਹੜੇ ਸ਼ੀਸ਼ੇ ਹੁੰਦੇ ਆ ਉਹ ਕੀ ਹੁੰਦੇ ਆ ਵਾਈਬਰੇਟ ਕਰਨ ਲੱਗ ਪੈਂਦੇ ਆ। ਹਾਂ, ਜੇ ਕਿਸੇ ਦੀ ਸ਼ੀਸ਼ੇ ਦੀ ਜਿਹੜੀ ਮੋਟਾਈ ਜ਼ਿਆਦਾ ਆ ਉਹ ਵਾਈਬਰੇਟ ਘੱਟ ਕਰੂਗਾ, ਜੇ ਕੋਈ ਸ਼ੀਸ਼ਾ ਪਤਲਾ ਤਾਂ ਉਹ ਵਾਈਬਰੇਟ ਜ਼ਿਆਦਾ ਕਰੂਗਾ। ਠੀਕ ਆ, ਪਤਲਾ ਸ਼ੀਸ਼ਾ ਵਾਈਬਰੇਟ ਜ਼ਿਆਦਾ ਕਰੂਗਾ, ਜੇ ਮੋਟਾ ਸ਼ੀਸ਼ਾ ਉਹ ਵਾਈਬਰੇਟ ਘੱਟ ਕਰੂਗਾ। ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਜਿੱਦਾਂ ਓਪਰਾ ਹਾਊਸ ਦੇ ਵਿੱਚ ਤੁਸੀਂ ਕਈ ਵਾਰ ਦੇਖਿਆ ਹੋਣਾ ਲੇਡੀਜ਼ ਜਿਹੜੀਆਂ ਹੁੰਦੀਆਂ ਉਹ ਇੱਕ ਗਲਾਸ ਫੜ ਕੇ ਅਤੇ ਬਹੁਤ ਹਾਈ ਪਿੱਚ ਦੇ ਵਿੱਚ ਜਿਹੜਾ ਹੁੰਦਾ ਨਾ ਗਾਉਂਦੀਆਂ। ਸੋ ਜਦੋਂ ਹਾਈ ਪਿੱਚ ਦੇ ਵਿੱਚ ਗਾਉਂਦੀਆਂ ਤਾਂ ਜਿਹੜਾ ਗਲਾਸ ਹੁੰਦਾ ਉਹ ਵਾਈਬਰੇਟ ਹੁੰਦਾ ਰਹਿੰਦਾ ਅਤੇ ਇੱਕ ਪੁਆਇੰਟ ਇੱਦਾਂ ਦਾ ਆਉਂਦਾ ਜਿੱਥੇ ਜਾ ਕੇ ਜਿਹੜਾ ਗਲਾਸ ਹੁੰਦਾ ਉਹ ਬ੍ਰੇਕ ਹੋ ਜਾਂਦਾ। ਠੀਕ ਆ, ਉਹ ਕਿਉਂ ਬ੍ਰੇਕ ਹੋ ਜਾਂਦਾ ਗਲਾਸ? ਕਿਉਂਕਿ ਉਹ ਗਲਾਸ ਇੰਨਾ ਕੁ ਜ਼ਿਆਦਾ ਵਾਈਬਰੇਟ ਹੋ ਗਿਆ ਆ, ਉਹ ਲੇਡੀ ਇੰਨੀ ਹਾਈ ਪਿੱਚ 'ਤੇ ਗਾ ਰਹੀ ਹੈ ਕਿ ਉਹਨੇ ਇੰਨੀ ਜ਼ਿਆਦਾ ਫਰੀਕੁਐਂਸੀ ਜਨਰੇਟ ਕੀਤੀ ਹੈ ਕਿ ਗਲਾਸ ਜਿਹੜਾ ਆ ਇੰਨੀ ਤੇਜ਼ੀ ਨਾਲ ਵਾਈਬਰੇਟ ਹੋਇਆ ਕਿ ਉਹ ਟੁੱਟ ਗਿਆ ਇੱਕ ਪੁਆਇੰਟ 'ਤੇ ਆ ਕੇ। ਠੀਕ ਆ, ਸੋ ਇਹ ਇੱਥੋਂ ਹੀ ਆਪਾਂ ਨੂੰ ਪਤਾ ਲੱਗਦਾ ਆ ਕਿ ਆਪਣੀ ਜਿਹੜੀ ਫਰੀਕੁਐਂਸੀ ਆ ਉਹਦੇ ਨਾਲ ਕੀ ਹੁੰਦਾ, ਕੋਈ ਨਾ ਕੋਈ ਚੀਜ਼ ਜਿਹੜੀ ਆ ਵਾਈਬਰੇਟ ਕਰਦੀ ਹੈ। ਡਿਪੈਂਡ ਕਰਦਾ ਕਿ ਉਹਦਾ ਕੀ ਆਪਣੇ ਕੋਲ ਸਾਈਜ਼ ਆ, ਜਿਹੜੀ ਚੀਜ਼ ਵਾਈਬਰੇਟ ਹੋ ਰਹੀ ਉਹਦਾ ਕੀ ਸਾਈਜ਼ ਆ। ਜੇ ਕੋਈ ਬਰੀਕ ਆ ਤਾਂ ਉਹ ਜਲਦੀ ਵਾਈਬਰੇਟ ਹੋਊਗੀ, ਜੇ ਮੋਟੀ ਜਿਹੀ ਚੀਜ਼ ਤਾਂ ਉਹ ਥੋੜ੍ਹਾ ਲੇਟ ਵਾਈਬਰੇਟ ਹੋਊਗੀ। ਸੋ ਗਲਾਸ ਵੀ ਕੀ ਆ, ਜਿਹੜਾ ਉਹ ਗਲਾਸ ਓਪਰਾ ਹਾਊਸ ਦੇ ਵਿੱਚ ਲੇਡੀ ਹਾਈ ਪਿੱਚ 'ਤੇ ਗਾਉਂਦੀ ਆ, ਸੋ ਇੱਕ ਪਰਟੀਕੂਲਰ ਫਰੀਕੁਐਂਸੀ ਜਿਹੜੀ ਹੁੰਦੀ ਉੱਥੇ ਜਾ ਕੇ ਗਲਾਸ ਟੁੱਟਦਾ। ਠੀਕ ਹੈ, ਸੋ ਉਹ ਜਦੋਂ ਟੁੱਟ ਗਿਆ ਗਲਾਸ ਤਾਂ ਉਹ ਕੀ ਆ, ਉਹ ਬਹੁਤ ਜ਼ਿਆਦਾ ਫਰੀਕੁਐਂਸੀ ਜਿਹੜੀ ਆ ਜਨਰੇਟ ਕੀਤੀ ਆ, ਜਿਹਦੇ ਕਰਕੇ ਕੀ ਹੋਇਆ ਬਹੁਤ ਤੇਜ਼ੀ ਦੇ ਨਾਲ ਉਹ ਜਿਹੜਾ ਗਲਾਸ ਸੀਗਾ ਉਹ ਵਾਈਬਰੇਟ ਕਰਨ ਲੱਗ ਪਿਆ। ਸੋ ਵਾਈਬਰੇਸ਼ਨ ਉਹਦੀ ਇੰਨੀ ਕੁ ਜ਼ਿਆਦਾ ਤੇਜ਼ ਹੋ ਗਈ ਕਿ ਉਹ ਇੱਕ ਪੁਆਇੰਟ 'ਤੇ ਆ ਕੇ ਟੁੱਟ ਗਿਆ ਗਲਾਸ। ਸੋ ਇਹ ਦੋ ਕੁ ਐਗਜ਼ਾਮਪਲਸ ਹੈਗੀਆਂ ਜਿਨ੍ਹਾਂ ਤੋਂ ਤੁਹਾਨੂੰ ਜਿਹੜਾ ਇਹ ਆਈਡੀਆ ਹੋ ਜਾਊਗਾ ਕਿ ਜਿਹੜੀ ਫਰੀਕੁਐਂਸੀ ਹੁੰਦੀ ਆ ਉਹ ਵਾਈਬਰੇਸ਼ਨਸ ਪੈਦਾ ਕਰਦੀ ਆ। ਸੋ ਉਹੀ ਆਪਾਂ ਇੱਥੇ ਵੀ ਯੂਜ਼ ਕਰਦੇ ਹਾਂ। ਇੱਥੇ ਉਹ ਜਿਹੜੀ ਜਿੱਦਾਂ ਲੇਡੀ ਮੰਨ ਲਓ ਜਿਹੜੀ ਹਾਈ ਪਿੱਚ 'ਤੇ ਗਾ ਰਹੀ ਆ, ਇੱਥੇ ਕੀ ਆ, ਇੱਥੇ ਕਿ ਉਹ ਜਿਹੜੀ ਉਹ ਲੇਡੀ ਆ ਉਹਦਾ ਕੰਮ ਇਲੈਕਟ੍ਰੋਮੈਗਨੈਟ ਕਰ ਰਿਹਾ। ਇੱਥੇ ਉਹ ਇਲੈਕਟ੍ਰੋਮੈਗਨੈਟ ਜਿਹੜਾ ਆ ਉਹ ਆਪਣਾ ਜਨਰੇਟ ਕਰ ਰਿਹਾ, ਆਲਟਰਨੇਟਿੰਗ ਮੈਗਨੈਟਿਕ ਫੀਲਡ ਫੋਰਸ ਲੱਗ ਰਹੀ ਆ ਅਤੇ ਰੀਡਸ ਜਿਹੜੀਆਂ ਮੂਵ ਕਰ ਰਹੀਆਂ। ਠੀਕ ਆ, ਸੋ ਨੈਕਸਟ ਆਪਾਂ ਕੰਸਟਰਕਸ਼ਨ 'ਚ ਪੜ੍ਹਦੇ ਹਾਂ। ਦ ਰੀਡ ਆਰ ਅਰੇਂਜਡ ਇਨ ਅਸੈਂਡਿੰਗ ਆਰਡਰ ਆਫ ਨੈਚੁਰਲ ਫਰੀਕੁਐਂਸੀ, ਦਾ ਡਿਫਰੈਂਸ ਇਨ ਫਰੀਕੁਐਂਸੀ ਇਜ਼ ਯੂਜ਼ਲੀ 1 ਹਰਟਜ਼। ਯਾਨੀ ਕਿ ਜਿਹੜੀਆਂ ਰੀਡਸ ਹੁੰਦੀਆਂ ਅਸੈਂਡਿੰਗ ਆਰਡਰ ਦੇ ਵਿੱਚ ਲਗਾਈਆਂ ਹੁੰਦੀਆਂ। ਅਸੈਂਡਿੰਗ ਮਤਲਬ ਕਿ ਘੱਟਦੇ ਤੋਂ ਵੱਧਦੇ ਕ੍ਰਮ ਵਿੱਚ, ਅਸੈਂਡਿੰਗ ਮਤਲਬ ਕਿ ਵੱਧਦੇ ਕ੍ਰਮ ਵਿੱਚ ਲਾਈਆਂ ਹੁੰਦੀਆਂ। ਸੋ ਪਹਿਲੀ ਰੀਡ ਜਿਹੜੀ ਹੋਊਗੀ 45 ਡਿਗਰੀ ਦੀ ਹੋਊਗੀ, ਦੂਸਰੀ ਕੀ ਹੋਊਗੀ 47, 49, 51, 53, 55। ਠੀਕ ਆ, ਅਸੈਂਡਿੰਗ ਆਰਡਰ 'ਚ ਲੱਗੀਆਂ ਹੁੰਦੀਆਂ ਅਤੇ ਇਹਨਾਂ ਇੱਕ ਹਰਟਜ਼ ਦਾ 2 ਹਰਟਜ਼ ਦਾ ਜਿਹੜਾ ਹੁੰਦਾ ਇਹਨਾਂ ਦੇ ਵਿੱਚ ਡਿਫਰੈਂਸ ਹੁੰਦਾ। ਸੋ ਆ ਦੇਖੋ ਪਹਿਲੀ ਕੀ ਆ 45 ਹਰਟਜ਼ 'ਤੇ ਆ, ਦੂਸਰੀ 46 'ਤੇ, ਤੀਜੀ 47 'ਤੇ, ਫਿਰ 48 'ਤੇ, ਇੱਕ ਹਰਟਜ਼ ਦਾ ਡਿਫਰੈਂਸ ਆ। ਸੋ ਦਸ ਦ ਨੈਚੁਰਲ ਫਰੀਕੁਐਂਸੀ ਆਫ ਫਸਟ ਰੀਡ ਮੇ ਬੀ 45, ਦ ਸੈਕਿੰਡ 46 of the next 47 and so on, the last may be 55। ਸੋ ਇਹ ਜਿਹੜੀ ਫਰੀਕੁਐਂਸੀ ਹੁੰਦੀ ਹੈ ਇਹਨਾਂ ਦੀ ਵੇਰੀ ਕਰੂਗੀ, ਇੱਕ ਹਰਟਜ਼ ਦੇ ਨਾਲ ਸਾਰਿਆਂ ਦੀ ਵੇਰੀ ਕਰੂਗੀ, ਬਾਕੀ 2 ਹਰਟਜ਼ 'ਤੇ ਵੀ ਵੇਰੀ ਕਰ ਸਕਦੀ ਹੈ। ਬਟ ਜੇ ਆਪਾਂ ਐਕੂਰੇਟ ਰਿਜ਼ਲਟ ਲੈਣਾ ਤਾਂ ਇੱਕ ਹਰਟਜ਼ ਦਾ ਜਿਹੜਾ ਆਪਾਂ ਡਿਫਰੈਂਸ ਰੱਖਿਆ ਹੁੰਦਾ ਉਹਨਾਂ ਦੇ ਵਿੱਚ। ਸੋ ਦ ਰੀਡਸ ਆਰ ਫਿਕਸਡ ਐਟ ਦਾ ਬੋਟਮ ਐਂਡ ਐਂਡ ਆਰ ਫਰੀ ਐਟ ਦਾ ਟੋਪ ਐਂਡ। ਸੋ ਆਹ ਦੂਸਰਾ ਡਾਇਗਰਾਮ ਦੇਖੋ ਤੁਸੀਂ ਜਿਹੜਾ ਉੱਪਰ ਬਣਿਆ ਹੋਇਆ, ਆਹ ਦੇਖੋ ਆਹ ਰੀਡ ਆ ਆਪਣੇ ਕੋਲ, ਜਿਹਦੀ ਕੀ ਆ ਮੋਸਟਲੀ 4 mm ਦੀ ਜਿਹੜੀ ਹੁੰਦੀ ਆ ਵਿਡਥ ਹੁੰਦੀ ਆ। ਠੀਕ ਆ, 4 mm ਦੀ ਜਿਹੜੀ ਹੁੰਦੀ ਹੈ ਇਹਨਾਂ ਦੀ ਵਿਡਥ ਹੁੰਦੀ ਆ, ਅਤੇ 1/2 mm ਦੀ ਜਿਹੜੀ ਹੁੰਦੀ ਹੈ ਇਹਨਾਂ ਦੀ ਲੈਂਥ ਹੁੰਦੀ, ਸੌਰੀ ਥਿਕ ਹੁੰਦੀ ਆ। ਸੋ 4 mm ਜਿਹੜੀ ਹੁੰਦੀ ਇਹਨਾਂ ਦੀ ਵਿਡਥ ਹੁੰਦੀ ਆ ਅਤੇ 1/2 mm ਥਿਕ ਹੁੰਦੀ ਆ। ਵਿਡਥ ਦੇਖੋ 4 mm ਜਿਹੜੀ ਹੈ ਇਹ ਚੌੜੀ ਆ, ਜਿਹੜੀ ਇਹ ਰੀਡ ਆ 4 mm ਚੌੜੀ ਆ, ਅਤੇ 1.5 mm ਕੀ ਆ ਇਹ ਥਿਕ ਆ, ਸੌਰੀ ਅੱਧਾ mm ਜਾਂ 1/2 mm ਆਪਾਂ ਕਹਿ ਲਈਏ ਥਿਕ ਆ। 4 mm ਵਾਈਡ ਐਂਡ 1/2 mm ਥਿਕ। ਸੋ ਇਹ ਇੱਕ ਰੀਡ ਮੇਰੇ ਕੋਲ ਬਣ ਗਈ ਆ। ਇਹ ਜਿਹੜੀ ਰੀਡ ਆ ਦੇਖੋ ਇਲੈਕਟ੍ਰੋਮੈਗਨੈਟ ਦੇ ਥੱਲੇ ਆਪਾਂ ਕੀ ਕੀਤਾ, ਇਹਨੂੰ ਨਟ ਬੋਲਟ ਲਾ ਕੇ ਥੱਲਿਓਂ ਕੱਸਿਆ ਹੋਇਆ ਆਪਾਂ ਪੂਰੀ ਤਰ੍ਹਾਂ ਦੇ ਨਾਲ, ਇਹਨੂੰ ਥੱਲਿਓਂ ਬਿਲਕੁਲ ਨਹੀਂ ਮੂਵ ਕਰੂਗੀ। ਬਟ ਜਿਹੜਾ ਉੱਪਰ ਆ ਉੱਪਰੋਂ ਇਹ ਵਾਈਬਰੇਟ ਕਰੂਗੀ,
ਇਲੈਕਟ੍ਰੋਮੈਗਨੈਟਿਕ ਫੋਰਸ ਦੇ ਨਾਲ ਉੱਪਰੋਂ ਵਾਈਬ੍ਰੇਟ ਕਰੂਗੀ। ਆ ਵੀ ਇਹਦਾ ਹੀ ਡਾਇਗਰਾਮ ਆ, ਦੇਖੋ ਥੱਲੋਂ ਆ ਆਪਣੇ ਕੋਲ ਕੀ ਆ, ਲੈਮੀਨੇਟਡ ਮੈਗਨੈਟਿਕ ਕੋਰ ਆ, ਯਾਨੀ ਕਿ ਸਿਲੀਕਨ ਸਟੀਲ ਦੀਆਂ ਪੱਤੀਆਂ ਜੋੜ ਕੇ ਆਪਾਂ ਬਹੁਤ ਸਾਰੀ ਇੱਕ ਲੰਬੀ ਸਾਰੀ ਕੋਰ ਬਣਾਈ ਆ, ਤੇ ਉਹਦੇ ਉੱਪਰ ਆ ਵਾਈਂਡਿੰਗ ਕੀਤੀ ਆ ਆਪਾਂ ਕਾਪਰ ਦੀ। ਠੀਕ ਆ, ਹੁਣ ਜਦੋਂ ਵੀ ਆਪਾਂ ਦੇਖੋ ਵਾਈਂਡਿੰਗ ਕੀਤੀ ਹੈ ਇਲੈਕਟ੍ਰੋਮੈਗਨੈਟ ਬਣਨਾ, ਇੱਥੇ ਜਦੋਂ ਆਪਾਂ ਵਾਈਂਡਿੰਗ ਨੂੰ ਜਾਂ ਕੋਰ ਨੂੰ ਸਪਲਾਈ ਦੇਣੀ ਹੈ, ਸੋ ਜਿਹੜੀ ਸਪਲਾਈ ਦੇਣੀ ਆ ਉਹਨੇ ਆਪਣਾ ਫੀਲਡ ਮੈਗਨੈਟਿਕ ਫੀਲਡ ਵੀ ਬਣਾਉਣਾ, ਅਲਟਰਨੇਟਿੰਗ ਮੈਗਨੈਟਿਕ ਫੀਲਡ। ਉਹ ਜਿਹੜਾ ਅਲਟਰਨੇਟਿੰਗ ਮੈਗਨੈਟਿਕ ਫੀਲਡ ਹੋਣਾ ਉਹਨਾਂ ਨੇ ਅਟਰੈਕਟ ਕਰਨਾ ਇਹਨੂੰ ਆਪਣੇ ਵੱਲ। ਠੀਕ ਆ, ਉਹ ਜਿੰਨੇ ਹਰ ਹਾਫ ਸਾਈਕਲ 'ਤੇ ਅਟਰੈਕਟ ਕਰਨਾ, ਯਾਨੀ ਕਿ ਇੱਕ ਹਾਫ ਸਾਈਕਲ 'ਤੇ ਅਟਰੈਕਟ ਕੀਤਾ, ਨੈਗੇਟਿਵ ਆ ਗਿਆ, ਰੁਕ ਗਿਆ, ਫਿਰ ਪੋਜ਼ੀਟਿਵ ਆਇਆ, ਫਿਰ ਅਟਰੈਕਟ ਕੀਤਾ, ਨੈਗੇਟਿਵ 'ਤੇ ਰੁਕ ਗਿਆ। ਸੋ ਉਹਦੇ ਨਾਲ ਕੀ ਆ, ਉਹ ਜਿਹੜੇ ਆਪਣੇ ਕੋਲ ਅਲਟਰਨੇਟਿਵ ਮੈਗਨੈਟਿਕ ਫੀਲਡ ਆ ਉਹਦੇ ਕਰਕੇ ਕੀ ਆ, ਜਿਹੜੀ ਆਪਣੀ ਰੀਡਸ ਨੇ ਇਹ ਰੀਡਸ ਬੜੀ ਤੇਜ਼ੀ ਨਾਲ ਵਾਈਬ੍ਰੇਟ ਕਰਦੀਆਂ ਉੱਪਰ ਥੱਲੇ। ਠੀਕ ਆ, ਉਹ ਆਪਾਂ ਵਰਕਿੰਗ 'ਚ ਅੱਗੇ ਦੇਖਦੇ ਹਾਂ। ਸੋ ਦਾ ਰੀਡਸ ਆਰ ਫਿਕਸਡ ਐਟ ਬਾਟਮ ਐਂਡ ਐਂਡ ਫ੍ਰੀ ਐਟ ਟਾਪ ਐਂਡ। ਸੋ ਬਾਟਮ 'ਤੇ ਕੀ ਆ ਫਿਕਸ ਕੀਤੀਆਂ, ਟਾਪ ਤੋਂ ਫ੍ਰੀ ਆ। ਦਾ ਫਲੈਗ ਐਟ ਦਾ ਟਾਪ ਆਫ ਦਾ ਰੀਡ ਆਰ ਪੇਂਟਡ ਵਾਈਟ। ਉੱਪਰਲਾ ਜਿਹੜਾ ਫਲੈਗ ਹੁੰਦਾ ਵਾਈਟ ਪੇਂਟ ਕੀਤਾ, ਦੇਖੋ ਡਾਇਗਰਾਮ 'ਚ ਵੀ ਇੱਥੇ ਵਾਈਟ ਪੇਂਟ ਕੀਤਾ ਹੋਇਆ ਆਪਾਂ ਇਹਨੂੰ। And the frequency is read directly from the instrument and observing the scale mark opposite to the reed which is vibrating most। ਯਾਨੀ ਕਿ ਆ ਜਿਹੜਾ ਸਕੇਲ ਆ ਇੱਥੇ ਕੀ ਆ, ਵਾਈਬ੍ਰੇਸ਼ਨ ਹੋਣੀ ਆ, ਤੇ ਜਿਹੜੀ ਵੀ ਰੀਡ ਜਿਹੜੀ ਆ ਸਭ ਤੋਂ ਜ਼ਿਆਦਾ ਵਾਈਬ੍ਰੇਟ ਕਰਦੀ ਹੋਈ, ਇਹਦਾ ਮਤਲਬ ਉਹੀ ਆਪਣੇ ਕੋਲ ਕੀ ਆ ਸਿਸਟਮ ਦੀ ਫ੍ਰੀਕੁਐਂਸੀ। ਜੇ 50 ਜੇ 49 ਵੇਰੀ ਕਰਦੀ ਪਈ ਆ ਬਹੁਤ ਜ਼ਿਆਦਾ, ਤਾਂ ਕੀ ਆ 49 ਜਿਹੜੀ ਹੋਊਗੀ ਉਹ ਫ੍ਰੀਕੁਐਂਸੀ ਹੋਊਗੀ, ਤੇ ਜੇ 50 ਕਰਦੀ ਆ ਤਾਂ 50 ਫ੍ਰੀਕੁਐਂਸੀ ਹੋਊਗੀ। ਸੋ ਹੁਣ ਵਰਕਿੰਗ ਦੇਖਦੇ ਹਾਂ, ਬਹੁਤ ਸਿੰਪਲ ਵਰਕਿੰਗ ਹੈ ਇਹਦੀ। ਵੈਨ ਦਾ ਇੰਸਟਰੂਮੈਂਟ ਇਜ਼ ਕਨੈਕਟਡ ਇਨ ਦਾ ਸਰਕਿਟ ਟੂ ਮੈਜਰ ਦਾ ਫ੍ਰੀਕੁਐਂਸੀ, ਯਾਨੀ ਕਿ ਜਦੋਂ ਵੀ ਆਪਾਂ ਮੰਨ ਲਓ ਸਰਕਿਟ ਦੇ ਵਿੱਚ ਕਨੈਕਟ ਕੀਤਾ ਹੈ ਸਿਸਟਮ ਨੂੰ, ਸੌਰੀ ਇੰਸਟਰੂਮੈਂਟ ਨੂੰ ਜਦੋਂ ਆਪਾਂ ਸਰਕਿਟ 'ਚ ਕਨੈਕਟ ਕੀਤਾ ਫ੍ਰੀਕੁਐਂਸੀ ਮੈਜਰ ਕਰਨ ਵਾਸਤੇ ਸਿਸਟਮ ਦੀ, ਤੇ ਆਪਾਂ ਕੀਤਾ ਫੇਸ ਦੇਤਾ, ਇੱਕ ਨਿਊਟਰਲ ਦੇਤੀ, ਯਾਨੀ ਕਿ ਸਪਲਾਈ ਨਾਲ ਜੋੜਤਾ। ਕਰੰਟ ਫਲੋਜ਼ ਥਰੂ ਦਾ ਇਲੈਕਟ੍ਰੋਮੈਗਨੈਟ, ਜਿਹੜਾ ਆਹ ਵਾਲਾ ਇਲੈਕਟ੍ਰੋਮੈਗਨੈਟ ਆ ਇਹਦੇ ਵਿੱਚੋਂ ਕੀ ਆ ਕਰੰਟ ਫਲੋ ਕਰਨਾ ਸਟਾਰਟ ਹੋ ਜਾਣਾ, ਵਿਚ ਪ੍ਰੋਡਿਊਸਿਸ ਫੋਰਸ ਆਫ ਅਟਰੈਕਸ਼ਨ। ਦੇਖੋ ਜਦੋਂ ਇਹਦੇ ਵਿੱਚ ਕਰੰਟ ਜਿਹੜਾ ਆ ਪ੍ਰੋਡਿਊਸ ਹੋਇਆ ਆਪਣੇ ਕੋਲ, ਉਹ ਜਿਹੜਾ ਕਰੰਟ ਆ ਉਹ ਕੀ ਆ, ਅਲਟਰਨੇਟਿੰਗ ਕਰੰਟ ਆ। ਸੋ ਅਲਟਰਨੇਟਿੰਗ ਕਰੰਟ ਨੇ ਜਿਹੜਾ ਫੀਲਡ ਬਣਾਉਣਾ ਆ, ਮੈਗਨੈਟਿਕ ਫੀਲਡ ਬਣਾਉਣਾ, ਉਹ ਵੀ ਕੀ ਬਣਾਉਣਾ, ਅਲਟਰਨੇਟਿੰਗ ਮੈਗਨੈਟਿਕ ਫੀਲਡ ਬਣਾਉਣਾ। ਸੋ ਜਿਹੜਾ ਅਲਟਰਨੇਟਿੰਗ ਮੈਗਨੈਟਿਕ ਫੀਲਡ ਹੋਣਾ ਆ ਉਹਨੇ ਕੀ ਕਰਨਾ, ਜਿਹੜੀਆਂ ਰੀਡਸ ਆ ਨਾ, ਆਹ ਵਾਲੀਆਂ ਰੀਡਸ ਆ, ਇਹਨਾਂ ਦੇ ਉੱਪਰ ਕੀ ਆ ਫੋਰਸ ਆਫ ਅਟਰੈਕਸ਼ਨ ਲਗਾਉਣੀਆਂ, ਯਾਨੀ ਕਿ ਇਹ ਜਿਹੜੀਆਂ ਰੀਡਸ ਆ ਇਹਨੇ ਆਪਣੇ ਵੱਲ ਨੂੰ ਕੀ ਕਰਨਾ, ਉਹਨਾਂ ਨੂੰ ਅਟਰੈਕਟ ਕਰਨਾ। ਹੈਂਸ ਦਾ ਫੋਰਸ ਇਜ਼ ਐਗਜ਼ਰਟਡ ਔਨ ਦਾ ਰੀਡ ਐਟ ਐਵਰੀ ਹਾਫ ਸਾਈਕਲ, ਯਾਨੀ ਕਿ ਆਪਣੇ ਕੋਲ ਇੱਕ ਪੂਰਾ ਸਾਈਕਲ ਹੁੰਦਾ, ਠੀਕ ਆ, ਏਸੀ ਵੇਵ ਦਾ ਪੂਰਾ ਸਾਈਕਲ ਹੁੰਦਾ, ਤੇ ਹਰ ਹਾਫ ਸਾਈਕਲ ਬਾਅਦ ਕੀ ਆ ਇਹਨੇ ਆਪਣੇ ਬਾਅਦ ਅਟਰੈਕਟ ਕਰਨਾ। ਹੁਣ ਮੰਨ ਲਓ 50 ਹਰਟਜ਼ ਫ੍ਰੀਕੁਐਂਸੀ ਆ, ਤੇ 50 ਹਰਟਜ਼ ਜਿਹੜਾ ਇੱਕ ਸੈਕਿੰਡ ਦੇ ਵਿੱਚ ਜਾ ਰਹੇ ਆ, ਇੱਕ ਸੈਕਿੰਡ 'ਚ ਕਿੰਨੇ ਜਾ ਰਹੇ ਆ 50 ਹਰਟਜ਼ ਜਿਹੜੀ ਆ ਸਪਲਾਈ ਆ, ਤੇ 50 ਸਾਈਕਲ ਜਾ ਰਹੇ ਇੱਕ ਸੈਕਿੰਡ 'ਚ, ਯਾਨੀ ਕਿ ਇੱਕ ਸੈਕਿੰਡ ਦੇ ਵਿੱਚ ਕੀ ਕਰੂਗਾ ਉਹ, ਇੱਕ ਸੈਕਿੰਡ 'ਚ ਐਵਰੀ ਹਾਫ ਸਾਈਕਲ 'ਚ ਕੀ ਆ ਉਹਨੇ ਫੋਰਸ ਐਕਸੈਟ ਕਰਨੀ, ਯਾਨੀ ਕਿ ਜੇ 50 ਸਾਈਕਲ ਆ ਤਾਂ ਉਹਨੇ ਕੀ ਕਰਨਾ, ਇੱਕ ਸੈਕਿੰਡ ਦੇ ਵਿੱਚ 50 ਸਾਈਕਲ ਆ ਤਾਂ ਉਹਨੇ ਇੱਕ ਸੈਕਿੰਡ 'ਚ 25 ਵਾਰ ਜਿਹੜੀ ਇਹ ਰੀਡ ਹੋਊਗੀ ਉਹ ਆਪਣੇ ਵੱਲ ਖਿੱਚਣਾ। ਮੰਨ ਲਓ 50 ਹਰਟਜ਼ ਸਪਲਾਈ ਆ ਤਾਂ ਇਹਦੇ 25 ਹਾਫ ਸਾਈਕਲ ਪੋਜ਼ੀਟਿਵ ਹੋਣਗੇ, 25 ਨੈਗੇਟਿਵ ਹੋਣਗੇ। ਸੋ 25 ਪੋਜ਼ੀਟਿਵ ਹਾਫ ਸਾਈਕਲ 'ਚ ਕਰਨਾ ਉਹਨੇ, ਹਰ ਹਾਫ ਸਾਈਕਲ 'ਚ ਕੀ ਆਪਣੇ ਵੱਲ ਨੂੰ ਅਟਰੈਕਟ ਕਰਨਾ। ਠੀਕ ਆ, ਸੋ ਉਹਦੇ ਨਾਲ ਕੀ ਹੈ ਇਹਨੇ ਵਾਈਬ੍ਰੇਟ ਹੋਣਾ ਸਟਾਰਟ ਹੋ ਜਾਣਾ। ਸੋ ਆਲ ਦਾ ਰੀਡ ਦਸ ਟੈਂਡ ਟੂ ਵਾਈਬ੍ਰੇਟ। ਸੋ ਜਿੰਨੀਆਂ ਵੀ ਆਪਣੀਆਂ ਰੀਡਸ ਇਹ ਵਾਈਬ੍ਰੇਟ ਸਾਰੀਆਂ ਕਰਨਗੀਆਂ, ਕੋਈ ਘੱਟ ਕਰੂਗੀ ਕੋਈ ਜ਼ਿਆਦਾ ਕਰੂਗੀ, ਬਟ ਇੱਕ ਰੀਡ, ਸਿਰਫ ਉਹ ਇੱਕ ਰੀਡ ਜਿਹਦੀ ਫ੍ਰੀਕੁਐਂਸੀ ਨੈਚੁਰਲ ਫ੍ਰੀਕੁਐਂਸੀ ਸਪਲਾਈ ਫ੍ਰੀਕੁਐਂਸੀ ਤੋਂ ਡਬਲ ਹੋਊਗੀ, ਉਹ ਰੀਡ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਵਾਈਬ੍ਰੇਟ ਕਰੂਗੀ, ਤੇ ਜਿਹੜੀ ਸਭ ਤੋਂ ਜ਼ਿਆਦਾ ਵਾਈਬ੍ਰੇਟ ਕਰਦੀ ਉਹੀ ਆਪਾਂ ਜਿਹੜੀ ਆ ਰੀਡਿੰਗ ਨੋਟ ਕਰ ਲੈਣੀ। ਸੋ ਦੁਬਾਰਾ ਦੇ ਦੇ, ਹੈਂਸ ਅ ਫੋਰਸ ਇਜ਼ ਐਗਜ਼ਰਟਡ ਔਨ ਦਾ ਰੀਡ ਐਟ ਐਵਰੀ ਹਾਫ ਸਾਈਕਲ, ਸੋ ਆਲ ਦਾ ਰੀਡਸ ਦਸ ਟੈਂਡ ਟੂ ਵਾਈਬ੍ਰੇਟ, ਬਟ ਓਨਲੀ ਦਾ ਵਨ whose natural frequency is double to that of supply will vibrate appreciably। ਠੀਕ ਹੈ, ਯਾਨੀ ਕਿ ਜਦੋਂ ਇਲੈਕਟ੍ਰੋਮੈਗਨੈਟ ਦੇਖੋ ਜਦੋਂ ਬਣ ਗਿਆ ਇਲੈਕਟ੍ਰੋਮੈਗਨੈਟ, ਤਾਂ ਜਿਹੜਾ ਇਲੈਕਟ੍ਰੋਮੈਗਨੈਟ ਦਾ ਅਲਟਰਨੇਟਿੰਗ ਫੀਲਡ ਆ ਉਹ ਹਰ ਰੀਡ ਦੇ ਨਾਲ ਕਨੈਕਟ ਹੋਣਾ, ਜ਼ਰੂਰੀ ਤਾਂ ਹੈ ਨਹੀਂ ਵੀ ਸਿਰਫ ਇਹਦੇ ਨਾਲ ਹੋਣਾ ਜਾਂ ਇਹਦੇ ਨਾਲ ਹੋਣਾ ਜਾਂ 55 ਹਰਟਜ਼ ਵਾਲੀ ਨਾਲ ਹੀ ਹੋਣਾ, ਉਹਨੇ ਸਾਰਿਆਂ ਦੇ ਨਾਲ ਹੀ ਅਟਰੈਕਟ ਹੋਣਾ, ਸਾਰਿਆਂ ਨੂੰ ਹੀ ਆਪਣੇ ਵੱਲ ਅਟਰੈਕਟ ਕਰਨਾ, ਯਾਨੀ ਕਿ ਫੋਰਸ ਆਫ ਅਟਰੈਕਸ਼ਨ ਜਿਹੜੀ ਆ ਉਹ ਸਾਰੀਆਂ ਰੀਡਸ ਦੇ ਉੱਤੇ ਹੀ ਲੱਗਣੀ ਆ। ਸਾਰੀਆਂ ਰੀਡਸ ਜਿਹੜੀਆਂ ਆ ਹਰ ਹਾਫ ਸਾਈਕਲ 'ਚ ਕੀ ਕਰਨਾ, ਉਹਨਾਂ ਨੇ ਵਾਈਬ੍ਰੇਟ ਕਰਨਾ, ਬਟ ਸਭ ਤੋਂ ਜ਼ਿਆਦਾ ਜਿਹੜੀ ਆ ਵਾਈਬ੍ਰੇਟ ਉਹੀ ਰੀਡ ਕਰੂਗੀ ਜਿਹਦੀ ਨੈਚੁਰਲ ਫ੍ਰੀਕੁਐਂਸੀ ਜਿਹੜੀ ਆਪਾਂ ਸੈੱਟ ਕੀਤੀ ਆ ਸਪਲਾਈ ਫ੍ਰੀਕੁਐਂਸੀ ਤੋਂ ਡਬਲ। ਠੀਕ ਹੈ, ਜਿਹਦੀ ਨੈਚੁਰਲ ਫ੍ਰੀਕੁਐਂਸੀ ਕੀ ਆ ਸਪਲਾਈ ਫ੍ਰੀਕੁਐਂਸੀ ਤੋਂ ਡਬਲ ਆ, ਉਹ ਕੀ ਆ ਜ਼ਿਆਦਾ ਵਾਈਬ੍ਰੇਟ ਕਰੂਗੀ। ਸੋ ਇਸੇ ਕਰਕੇ ਕੀ ਆ ਆਪਾਂ ਨੂੰ ਉੱਥੇ ਕੀ ਆ ਪਤਾ, ਉਹ ਜਿਹੜੀ ਆ ਰੀਡ ਸਭ ਤੋਂ ਵੱਧ ਵਾਈਬ੍ਰੇਟ ਕਰੂਗੀ, ਤੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਹਾਂ ਵੀ ਇਹ ਜਿਹੜੀ ਸਿਸਟਮ ਆ ਇਹਦੀ ਫ੍ਰੀਕੁਐਂਸੀ ਆ ਹੈ, ਜਿਹੜੀ ਕਿ 50 ਹਰਟਜ਼ ਸਭ ਤੋਂ ਜ਼ਿਆਦਾ ਕਰਦੀ ਆ ਤਾਂ 50 ਹੋਊਗੀ। ਜੇ ਮੰਨ ਲਓ 45 ਹਰਟਜ਼ ਜਿਹੜੀ ਆ ਉਹ ਸਭ ਤੋਂ ਵੱਧ ਵਾਈਬ੍ਰੇਟ ਕਰਦੀ ਆ, ਤਾਂ ਆਪਾਂ ਨੂੰ ਇਹ ਪਤਾ ਲੱਗ ਗਿਆ ਉਸ ਤੋਂ ਕਿ 45 ਜਿਹੜੀ ਆ ਸਿਸਟਮ ਦੀ ਫ੍ਰੀਕੁਐਂਸੀ ਆ। So all the reeds thus tend to vibrate, but only the one whose natural frequency is double that the supply will vibrate appreciably। ਠੀਕ ਆ, ਸੋ ਉਹੀ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਆ ਵਾਈਬ੍ਰੇਟ ਕਰੂਗੀ। ਸੋ ਇਹ ਸੀਗੇ ਆਪਣੇ ਅੱਜ ਦੇ ਦੋ ਟੌਪਿਕ। ਇੱਕ ਸੀਗਾ ਆਪਾਂ ਸਟੱਡੀ ਕੀਤਾ ਅਰਥ ਟੈਸਟਰ ਦੇ ਬਾਰੇ, ਕਿ ਅਰਥ ਟੈਸਟਰ ਜਿਹੜਾ ਹੁੰਦਾ ਕੀ ਚੀਜ਼ ਹੁੰਦੀ ਆ,
ਠੀਕ ਆ। ਥੋੜ੍ਹਾ ਜਿਹਾ ਉਹਦਾ ਕੰਸਟਰਕਸ਼ਨ ਅਤੇ ਵਰਕਿੰਗ ਦਾ ਪਾਰਟ ਵੀ ਆਪਾਂ ਕੀਤਾ ਸਮਝਿਆ। ਅਤੇ ਇੱਕ ਆਪਾਂ ਅੱਜ ਸਟੱਡੀ ਕੀਤਾ ਫਰੀਕੁਐਂਸੀ ਮੀਟਰ ਦੀ। ਜਿਹੜੀ ਫਰੀਕੁਐਂਸੀ ਮੀਟਰ ਦੀ ਟਾਈਪ ਸਟੱਡੀ ਕੀਤੀ ਆ ਉਹ ਕਿਹੜੀ ਆ, ਮਕੈਨੀਕਲ ਰੈਜ਼ੋਨੈਂਸ ਔਰ ਵਾਈਬਰੇਟਿੰਗ ਰੀਡ ਜਾਂ ਰੀਡ ਟਾਈਪ ਫਰੀਕੁਐਂਸੀ ਮੀਟਰ। ਸੋ ਇਹ ਦੋਨੋਂ ਟੌਪਿਕ ਕੀਤੇ ਆ, ਇਹਨਾਂ ਦੇ ਤੁਸੀਂ ਨੋਟਸ ਵਗੈਰਾ ਰੈਡੀ ਕਰ ਲਿਓ। ਕੋਈ ਵੀ ਕੁਐਸਚਨ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ। ਓਕੇ, ਥੈਂਕ ਯੂ।